परम सन्मानयोग जुगो जुग अटल जागत जोत जगत गुरु साहिब सतगुरु श्री गुरु ग्रंथ साहिब पातशाह जी दी पावन हजूरी अंदर दीवान स्थान गुरुद्वारा श्री मंजी साहिब श्री अमृतसर साहिब ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ। ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ त्रुट करके मुखवाक बख्शिश कीते हन। आओ जिस समय दी बहुत शिद्दत दे नाल देश विदेश विच गुरु कीआं संगतां उडीक करदियां ने, पावन मुखवाक अते जो गुरबाणी दी लड़ीवार कथा दा प्रवाह चल रहा है, सरवण करके मनुखा जीवन दे ये पल सफले बनाइए। ये अमृतमई बचन शहीदां दे सरताज शांति दे पुंज मिठ बोलड़े सबना दे साजन मूर्त पंच प्रमाण पुरख प्रतख हर श्री हरिमंदर साहिब जी दे सिरजनहारे बाणी के बोहित साहिब सतगुरु श्री गुरु अर्जन देव महाराज जी दे उचारण कीते हुए धनासरी राग अंदर साहिब सतगुरु श्री गुरु ग्रंथ साहिब पातशाह जी दे पावन अंग 678 ते शोभनीक हन। गरीब नवाज जी इन्हां पावन पवित्र अमृतमई बचनां दे द्वारा प्राणी मात्र नूं प्रेरणा करके अपने धुरे नाल मूल नाल जो जुड़न दी बख्शिश है वो कर रहे ने, क्योंकि परमात्मा दे हुक्म मुताबक ही जीव संसार ते आउंदा है। मालिक दे सद्दे मुताबक ही एक दिन हर एक नूं तुरना पैंदा है। ये अटल सच्चाई है कि मौत दा सद्दा एक ना एक दिन हर एक नूं आउणा है, पर भागां वाले ने वो जीव जिन्हां नूं मौत दे सद्दे तो पहलां परमात्मा ने अपने वल जुड़न लई सद्दा भेजिया है। क्योंकि ये सद्दा गुरु दे राही सानूं प्राप्त हुंदा है, ते जे असीं सुचेत ना होईए अज्ञानता के कारण अवेसलेपन विच कई बार इस सद्दे नूं सुन के भी असीं अनसुणिया ही मनदे हां। जे किते मालिक की कृपा दे सदका वो सद्दा सुन के जाग पईए, सुचेत हो के अपने धुरे नाल अपने मूल नाल जुड़ जाइए ते जीवन मनोरथ सफला हो सकदा है। साडे शरीर दे अंदर जो मन का निवास है, चाहिदा तां ये सी कि ये मन अपने मूल नाल जुड़दा, अपने ज्ञान इंद्रे कर्म इंद्रे रूपी प्रजा ते राज करदा, पर इस मन ने दुष्ट विकारां दे नाल संधि करके एक तां अपने शरीर रूपी हिरदे रूपी घर तो ये परदेसी हो गया, भटक रहा है। ये समझी बैठा है कि शायद जेड़े दुष्ट ने जेड़े विकार ने ये मेरी प्रजा है, मैं इन्हां ते राज करना है। पर हुंदा इवें है कि जिसने इन्हां सारियां दे उपर अपनी हुकूमत चलाउणी सी, अपने वस विच करना सी, ये उन्हां औगणां दे उन्हां विषय विकारां दे अधीन हो के
ਉਹਨਾਂ ਦੀ ਜਿਹੜੀ ਗੁਲਾਮੀ ਹੈ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਹਾਰਨ ਕਰਦਾ ਹੈ। ਰਹਾਉ ਵਾਲੇ ਪਾਵਨ ਬੰਦ ਵਿੱਚ ਸਤਿਗੁਰੂ ਜੀ ਨੇ ਮਨ ਨੂੰ ਬੜੇ ਪਿਆਰ ਸਹਿਤ ਮੀਤ ਕਹਿ ਕੇ, ਮਿੱਤਰ ਕਹਿ ਕੇ ਸੰਬੋਧਨ ਕੀਤਾ। ਤੁਮ ਘਰ ਆਵੋ ਮੇਰੇ ਮੀਤ। ਹੇ ਮੇਰੇ ਮਿੱਤਰ, ਹੇ ਮੇਰੇ ਮਨ, ਤੂੰ ਕਿੱਥੇ ਚਲਿਆ ਗਿਆ? ਤੂੰ ਆਪਣੇ ਹਿਰਦੇ ਘਰ ਵੱਲ ਫਿਰ ਪਰਤ ਆਪਣੇ ਇਸ ਸਰੀਰ ਰੂਪੀ ਹਿਰਦੇ ਘਰ ਵਿੱਚ ਟਿਕਿਆ ਰਹੋ, ਕਿਉਂਕਿ ਜਦੋਂ ਮਾਲਕ ਕਿਰਪਾ ਕਰਦਾ ਹੈ, ਤੁਮਰੇ ਦੋਖੀ ਹਰ ਆਪ ਨਿਵਾਰੇ, ਅਪਦਾ ਭਈ ਬਤੀਤ ਰਹਾਓ। ਜਿਹੜੇ ਤੇਰੇ ਦੋਖੀ ਸਨ, ਵਿਰੋਧੀ ਸਨ, ਵਿਸ਼ੇ ਵਿਕਾਰ ਸਨ, ਉਹ ਮਾਲਕ ਨੇ ਆਪ ਦੂਰ ਕਰ ਦਿੱਤੇ ਨੇ, ਤੇ ਉਹਨਾਂ ਦੁਸ਼ਟਾਂ ਤੋਂ, ਉਹਨਾਂ ਵਿਸ਼ੇ ਵਿਕਾਰਾਂ ਤੋਂ ਔਗਣਾ ਕਰਕੇ ਜਿਹੜੀ ਅਪਦਾ, ਜਿਹੜੀ ਵਿਪਤਾ ਤੇਰੀ ਜ਼ਿੰਦਗੀ ਵਿੱਚ ਆਉਣੀ ਸੀ, ਉਹ ਹੁਣ ਬਤੀਤ ਹੋ ਗਈ, ਭਾਵ ਉਹ ਹੁਣ ਖਤਮ ਹੋ ਗਈ। ਉਹਦਾ ਸਮਾਂ ਹੁਣ ਪੁੱਗ ਗਿਆ, ਮੁੱਕ ਗਿਆ। ਉਹ ਹੁਣ ਤੇਰੀ ਜ਼ਿੰਦਗੀ ਵਿੱਚ ਤੈਨੂੰ ਆ ਕੇ ਉਹ ਵਿਪਤਾ ਗਰਸੇਗੀ ਨਹੀਂ। ਹੁਣ ਇੱਕ ਤਾਂ ਸੰਸਾਰੀ ਦੁੱਖ ਸੁੱਖ ਹੈ, ਉਹਦੇ ਬਾਰੇ ਸਤਿਗੁਰਾਂ ਸਪਸ਼ਟ ਕੀਤਾ ਹੈ ਵੀ ਜਿਵੇਂ ਸਾਨੂੰ ਸੁੱਖ ਮਿਲਦੇ ਨੇ, ਸਹੂਲਤਾਂ ਮਿਲਦੀਆਂ ਨੇ, ਇਵੇਂ ਕਈ ਵਾਰ ਵਿਪਤਾ ਵੀ ਆਉਂਦੀ ਹੈ, ਦੁੱਖ ਵੀ ਆਉਂਦਾ ਹੈ। ਸੁੱਖ ਦੇ ਵਿੱਚ ਤੂੰ ਇੰਨਾ ਖਚਤ ਨਾ ਹੋ, ਇੰਨਾ ਫੁੱਲ ਨਾ ਕਿ ਤੂੰ ਸਮਾਏ ਨਾ। ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ। ਤੇ ਦੁੱਖਾਂ ਦੇ ਵਿੱਚ ਇੰਨਾ ਰੋ ਨਾ, ਵਿਪਤਾ ਦੇ ਵਿੱਚ ਇੰਨਾ ਘਬਰਾ ਨਾ ਕਿ ਤੂੰ ਕੰਧ ਨਾਲ ਸਿਰ ਮਾਰ ਮਾਰ ਕੇ, ਟੱਕਰਾਂ ਮਾਰ ਮਾਰ ਕੇ ਆਪਣੇ ਆਪ ਨੂੰ ਹੋਰ ਦੁਖੀ ਕਰੇ। ਉਸ ਵਿਪਤਾ ਬਾਰੇ ਇਹ ਕਿਹਾ ਕਿ ਸੰਪੈ ਦੇਖ ਨਾ ਹਰਖੀਐ, ਵਿਪਤ ਦੇਖ ਨਾ ਰੋਏ। ਜਿਉਂ ਸੰਪੈ ਤਿਉਂ ਵਿਪਤ ਹੈ, ਬਿਧ ਨੇ ਰਚਿਆ ਸੋ ਹੋਏ। ਉਹ ਜਿਵੇਂ ਤੈਨੂੰ ਜ਼ਿੰਦਗੀ ਵਿੱਚ ਸੰਪੈ, ਕੋਈ ਸੰਪਤੀ ਮਿਲਦੀ ਹੈ, ਕੋਈ ਸੁੱਖ ਮਿਲਦਾ ਹੈ, ਕੋਈ ਰਾਸ ਪੂੰਜੀ ਮਿਲਦੀ ਹੈ, ਇਵੇਂ ਹੀ ਉਹਦੇ ਹੁਕਮ ਵਿੱਚ ਵਿਪਤਾ ਆਉਂਦੀ ਹੈ। ਸਭ ਕਹਿੰਦੇ ਜੇ ਬਚਣਾ ਹੈ ਤੇ ਵਿਕਾਰਾਂ ਵਾਲੀ, ਔਗਣਾ ਵਾਲੀ ਵਿਪਤਾ ਤੋਂ ਬਚਣ ਲਈ ਅਰਦਾਸਾਂ ਕਰ। ਤੇ ਇਸ ਨੁਕਤੇ ਨੂੰ ਸਮਝ ਕਿ ਉਹ ਵਿਪਤਾ ਨਹੀਂ ਜਿਹੜੀ ਸਰੀਰਕ ਤੌਰ ਤੇ ਆ ਰਹੀ ਹੈ। ਅਸਲ ਵਿੱਚ ਉਹ ਵਿਪਤਾ ਜਦੋਂ ਤੂੰ ਮਾਲਕ ਨਾਲੋਂ ਵਿਛੜ ਕੇ ਦੁਖੀ ਹੁੰਦਾ ਹੈ। ਤਹਾਂ ਵਿਪਤ ਜੈ ਹਰ ਸਿਮਰਨ ਨਾਹੀ। ਜਿੱਥੇ ਮਾਲਕ ਦੀ ਯਾਦ ਨਹੀਂ ਹੈ, ਉੱਥੇ ਆਤਮਕ ਵਿਪਤਾ ਹੈ। ਤੇ ਉਹ ਵਿਪਤਾ ਜਿਹੜੀ ਹੈ, ਸਾਹਿਬ ਕਹਿ ਰਹੇ ਨੇ, ਤੇਰੇ ਮਾਲਕ ਨੇ ਵੇਖ ਹੁਣ ਦੂਰ ਕਰ ਦਿੱਤੀ ਹੈ। ਔਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਪਣੇ ਜੀਵਨ ਵੱਲ ਜਦੋਂ ਝਾਤ ਮਾਰੀਏ ਤੇ ਸਮਰੱਥ ਪ੍ਰਤੱਖ ਹੁੰਦਿਆਂ ਵੀ ਇਹੀ ਅਰਦਾਸ ਕੀਤੀ ਹੈ ਕਿ ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਨ ਹਾਰੇ। ਖੇਦ ਕਰੈ ਅਰ ਬਹੁਤ ਸੰਤਾਵੈ, ਆਇਓ ਸ਼ਰਨ ਤੁਹਾਰੇ। ਮਨੁੱਖ ਦਾ ਵਸ ਕੋਈ ਨਹੀਂ ਚੱਲਦਾ, ਕਿਉਂਕਿ ਇਸ ਦੇਹੀ ਅੰਦਰ ਪੰਚ ਚੋਰ ਵਸੈ। ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਏ ਨਾ ਸੁਣੈ ਪੁਕਾਰਾ। ਜੇ ਬਰਾਬਰਤਾ ਦੀ ਗੱਲ ਹੋਵੇ ਤੇ ਸ਼ਾਇਦ ਮਨੁੱਖ ਯੁੱਧ ਲੜ ਕੇ ਉਹਦੇ ਤੇ ਆਪਣੀ ਜਿੱਤ ਪ੍ਰਾਪਤ ਕਰ ਸਕਦਾ, ਪਰ ਸਾਹਿਬ ਕਹਿਣ ਲੱਗੇ ਬੜਾ ਅਸਾਵਾਂ ਯੁੱਧ ਹੈ, ਕਿਉਂਕਿ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ। ਮਾਰੈ ਲੂਟੈ ਨੀਤ ਨੀਤ, ਕਿਸ ਆਗਿਆ ਕਰੀ ਪੁਕਾਰ ਜਨਾ। ਕਿਉਂਕਿ ਇਸ ਸਰੀਰ ਦੇ ਅੰਦਰ ਜਦੋਂ ਅਸੀਂ ਝਾਤ ਮਾਰਦੇ ਹਾਂ, ਜਿੱਥੇ ਪੰਜ ਤੱਤ ਨੇ, ਪੰਜਾਂ ਤੱਤਾਂ ਦੇ ਪੰਜ ਕੋਸ਼ ਨੇ, ਪੰਜ ਗਿਆਨ ਇੰਦਰੇ ਨੇ, ਪੰਜ ਕਰਮ ਇੰਦਰੇ ਨੇ, ਉੱਥੇ ਪੰਜ ਵਿਕਾਰ ਵੀ ਨੇ, ਜਿਹੜੇ ਅਸਲ ਵਿੱਚ ਪੰਜ ਜਜ਼ਬੇ ਸਨ। ਤੇ ਜਜ਼ਬਿਆਂ ਦਾ ਭਾਵ ਸੀ ਕਿ ਕਾਮ ਨਾਲ ਸੰਸਾਰ ਦੀ ਉਤਪਤੀ ਹੋਣੀ ਸੀ, ਕ੍ਰੋਧ ਨਾਲ ਸਵੈ ਮਾਨਤਾ, ਜਿਹਨੂੰ ਸੈਲਫ ਕੌਨਫੀਡੈਂਸ ਕਹਿੰਦੇ ਆ, ਉਹ ਜ਼ਿੰਦਗੀ ਵਿੱਚ ਬਣਿਆ ਰਹਿਣਾ ਸੀ। ਲੋਭ ਜਿਹੜਾ ਇਸ ਕਰਕੇ ਆ ਕਿ ਮਨੁੱਖ ਦੇ ਅੰਦਰ ਕੁਝ ਨਾ ਕੁਝ ਆਪਣੇ ਗੁਜ਼ਰਾਨ ਵਾਸਤੇ ਸੰਚਨ ਦੀ ਜਿਹੜੀ ਬਿਰਤੀ ਹੈ ਉਹ ਕਾਇਮ ਰਵੇ। ਮੋਹ ਇਸ ਕਰਕੇ ਕਿ ਅਸੀਂ ਇੱਕ ਦੂਸਰੇ ਦੀ ਮਦਦ ਲਈ, ਇੱਕ ਦੂਸਰੇ ਦੇ ਕੰਮ ਆ ਸਕੀਏ, ਆਪਣੇ ਫਰਜ਼ਾਂ ਦੀ ਪੂਰਤੀ ਕਰੀਏ। ਇਸੇ ਲਈ ਮੇਰੇ ਗਰੀਬ ਨਵਾਜ਼ ਨੇ ਜਦੋਂ ਉਹ ਮੀਠਾ ਲਾਇਆ
ਉਹ ਪ੍ਰਭੂ ਜਿਨੇ ਸਾਨੂੰ ਮੋਹ ਦੀ ਚੀਟਕ ਲਾ ਦਿੱਤੀ। ਹਰ ਬੰਦਾ ਕਿਰਤ ਵਿੱਚ ਜੁੜਿਆ ਆਪਣੇ ਫਰਜ਼ਾਂ ਦੀ ਪੂਰਤੀ ਕਰਦਾ ਹੈ। ਜੇ ਅੱਜ ਪਰਮਾਤਮਾ ਸਾਡੀ ਜ਼ਿੰਦਗੀ ਵਿੱਚੋਂ ਮੋਹ ਖਤਮ ਕਰ ਦੇ, ਦੁਨੀਆ ਇੱਕੋ ਦਿਨ ਇੱਕ ਜਗ੍ਹਾ ਤੇ ਖੜੋ ਜਾਵੇਗੀ। ਕੋਈ ਕਿਸੇ ਦੇ ਲਈ ਅੱਗੇ ਨਹੀਂ ਆਵੇਗਾ, ਕਿਉਂਕਿ ਇਹ ਮੋਹ ਹੀ ਹੈ ਜਿਹਦੇ ਕਰਕੇ ਕੋਈ ਖੇਤਾਂ ਵਿੱਚ ਹਲ ਚਲਾ ਰਿਹਾ, ਕੋਈ ਦੁਕਾਨ ਖੋਲ ਰਿਹਾ, ਕੋਈ ਅੰਮ੍ਰਿਤਸਰ ਤੋਂ ਦਿੱਲੀ ਬੱਸ ਲੈ ਕੇ ਜਾ ਰਿਹਾ, ਕੋਈ ਉਡਾਨ ਭਰ ਕੇ ਦਿੱਲੀ ਤੋਂ ਬੰਬਈ ਜਾ ਰਿਹਾ, ਕੋਈ ਬੰਬਈ ਤੋਂ ਕੈਨੇਡਾ ਅਮਰੀਕਾ ਵੱਲ। ਇਹ ਸਾਰਾ ਕੁਝ ਮੋਹ ਕਰਕੇ ਹੈ। ਤੇ ਜ਼ਿੰਦਗੀ ਵਿੱਚ ਹੰਕਾਰ ਇਸ ਕਰਕੇ ਸੀ ਕਿ ਮਨੁੱਖ ਕਦੇ ਹੀਣ ਭਾਵਨਾ ਵਿੱਚ ਨਾ ਆ ਸਕੇ। ਪਰ ਜਿਹੜੇ 5 ਜਜ਼ਬੇ ਸਨ ਬੜੇ ਪਵਿੱਤਰ ਸਨ। ਮਨੁੱਖ ਨੇ ਜਦੋਂ ਇਹਦੀ ਗਲਤ ਵਰਤੋਂ ਕੀਤੀ, ਇਹ ਵਿਕਾਰ ਬਣ ਗਏ। ਜਿਵੇਂ ਇਸਲਾਮ ਅੰਦਰ ਇਹ ਮੰਨਿਆ ਜਾਂਦਾ ਹੈ ਕਿ ਖੁਦਾ ਕਦੇ ਵੀ ਕਿਸੇ ਲਈ ਜ਼ਹਿਮਤ ਪੈਦਾ ਨਹੀਂ ਕਰਦਾ। ਖੁਦਾ ਜੋ ਵੀ ਦਿੰਦਾ ਉਹ ਸਾਡੀ ਜ਼ਿੰਦਗੀ ਲਈ ਨਿਆਮਤ ਹੈ। ਪਰ ਜਦੋਂ ਉਹਦੀ ਦਿੱਤੀ ਨਿਆਮਤ ਨੂੰ ਅਸੀਂ ਗਲਤ ਵਰਤੋਂ ਕਰਦੇ ਹਾਂ ਤੇ ਹਰ ਨਿਆਮਤ ਜ਼ਹਿਮਤ ਬਣ ਜਾਂਦੀ ਹੈ। ਹੁਣ ਗੁੜ ਦੀ ਸਹੀ ਵਰਤੋਂ ਨਿਆਮਤ ਹੈ, ਪਰ ਜਿਨ੍ਹਾਂ ਨੇ ਗੁੜ ਦੀ ਗਲਤ ਵਰਤੋਂ ਕਰਕੇ ਸ਼ਰਾਬ ਦਾ ਨਸ਼ਾ ਤਿਆਰ ਕੀਤਾ, ਉਹ ਸਾਰੇ ਪਰਿਵਾਰ ਲਈ ਜ਼ਹਿਮਤ ਬਣ ਗਈ। ਅੰਗੂਰ ਇੱਕ ਨਿਆਮਤ ਸੀ, ਇੱਕ ਫਲ ਸੀ। ਮਨੁੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹਦਾ ਰਸ ਕੱਢ ਕੇ ਆਪਣੀ ਜ਼ਿੰਦਗੀ ਵਿੱਚ ਉਹਨੂੰ ਧਾਰਨ ਕਰਨਾ ਸੀ, ਪਰ ਜਦੋਂ ਉਹਦੀ ਗਲਤ ਵਰਤੋਂ ਕੀਤੀ, ਉਹ ਇਹਦੀ ਜ਼ਿੰਦਗੀ ਲਈ ਜ਼ਹਿਮਤ ਬਣ ਗਈ। ਪਰਮਾਤਮਾ ਨੇ ਤੇ ਜ਼ਹਿਰ ਵੀ ਨਿਆਮਤ ਪੈਦਾ ਕੀਤੀ ਹੈ ਕਿ ਜੇ ਕਿਸੇ ਨੂੰ ਜ਼ਹਿਰੀਲਾ ਸੱਪ ਡੰਗ ਮਾਰ ਜਾਵੇ, ਉਹਨੂੰ ਜ਼ਹਿਰ ਦਾ ਇੰਜੈਕਸ਼ਨ ਦੇ ਦਿਓ ਤੇ ਉਹਦਾ ਬਚਾਅ ਹੋ ਸਕਦਾ। ਉੱਥੇ ਜ਼ਹਿਰ ਅੰਮ੍ਰਿਤ ਬਣ ਕੇ ਉਹਨੂੰ ਜ਼ਿੰਦਗੀ ਦਿੰਦੀ ਹੈ। ਪਰ ਮਨੁੱਖ ਨੇ ਗਲਤ ਵਰਤੋਂ ਕੀਤੀ ਤੇ ਹਰ ਨਿਆਮਤ ਨੂੰ ਜ਼ਹਿਮਤ ਬਣਾ ਕੇ ਰੱਖ ਦਿੱਤਾ। ਉਰਦੂ ਅਤੇ ਅਰਬੀ ਫਾਰਸੀ ਦੇ ਵਿਦਵਾਨ ਇਸ ਗੱਲ ਲਈ ਸਹਿਮਤ ਨੇ ਕਿ ਉਹ ਖੁਦਾ, ਉਹ ਅੱਲਾਹ ਤਾਲਾ, ਉਹ ਪਰਵਦਗਾਰ ਕਦੇ ਕਿਸੇ ਲਈ ਕੋਈ ਜ਼ਹਿਮਤ ਪੈਦਾ ਨਹੀਂ ਕਰਦਾ, ਕਿਉਂਕਿ ਮਨੁੱਖ ਦੀ ਵਰਤੋਂ ਤੇ ਨਿਰਭਰ ਹੈ। ਜੋ ਜ਼ਹਿਰੇ ਹਲਾ ਹਲ ਹੈ ਵੋਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਨੇ ਕੇ। ਤੈਨੂੰ ਤਰੀਕਾ ਹੀ ਨਹੀਂ ਆਇਆ। ਪਰਮੇਸ਼ਰ ਨੇ ਤਾਂ ਨਿਆਮਤਾਂ ਦਿੱਤੀਆਂ ਸਨ, ਪਰ ਤੂੰ ਹਰ ਨਿਆਮਤ ਨੂੰ ਜ਼ਹਿਮਤ ਵਿੱਚ ਬਦਲ ਕੇ ਰੱਖ ਦਿੱਤਾ। ਤੇਰੇ ਆਪਣੇ ਕਾਰਨ ਇਹ ਵਿਪਤਾ ਬਣ ਕੇ ਤੇਰੀ ਜ਼ਿੰਦਗੀ ਵਿੱਚ ਦੁੱਖ ਆਏ ਨੇ। ਤੇ ਜੇ ਤੂੰ ਆਤਮਕ ਵਿਪਤਾ ਤੋਂ ਬਚਣਾ ਚਾਹੁੰਦਾ ਤੇ ਕਹਿੰਦੇ ਫਿਰ ਉਸ ਪਰਮੇਸ਼ਰ ਜੋ ਮਹਾਬਲੀ ਹੈ, ਜਿਹੜਾ ਤੈਨੂੰ ਸੰਸਾਰ ਵਿੱਚ ਭੇਜਦਾ, ਜਿਨੇ ਇੱਕ ਦਿਨ ਸੱਦਾ ਭੇਜਣਾ, ਕਿਉਂਕਿ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ। ਜਿੱਥੇ ਸੋਹਲਾ ਸਾਹਿਬ ਦੀ ਬਾਣੀ ਵਿੱਚ ਸਾਨੂੰ ਉਹ ਸੱਦੇ ਦਾ ਰੋਜ਼ ਚੇਤਾ ਕਰਾਉਂਦੇ ਨੇ ਸਤਿਗੁਰੂ, ਉੱਥੇ ਗੁਰਬਾਣੀ ਵਿੱਚ ਜਿਹੜੇ ਵੱਖਰੇ ਵੱਖਰੇ ਸਰਲੇਖ ਨੇ, ਜਿਵੇਂ ਜਪ ਹੈ, ਆਨੰਦ ਹੈ, ਸੁਖਮਨੀ ਹੈ। ਸਤਿਕਾਰ ਵਜੋਂ ਆਪਾਂ ਜਪਜੀ ਸਾਹਿਬ, ਆਨੰਦ ਸਾਹਿਬ, ਸੁਖਮਨੀ ਸਾਹਿਬ ਆਖਦੇ ਹਾਂ। ਇਸੇ ਤਰ੍ਹਾਂ ਇੱਕ ਸਰਲੇਖ ਸੱਦ ਵੀ ਹੈ, ਤੇ ਸੱਦ ਦਾ ਮਤਲਬ ਇਹ ਹੈ ਕਿ ਇੱਕ ਦਿਨ ਸੱਦਾ ਆਉਣਾ ਹੈ। ਪਰ ਉਸ ਤੋਂ ਪਹਿਲਾਂ ਪਹਿਲਾਂ ਆਹ ਜਿਹੜਾ ਸੱਦਾ ਹੈ ਨਾ ਕਿ ਤੁਮ ਘਰ ਆਵੋ ਮੇਰੇ ਮੀਤ, ਹਿਰਦੇ ਘਰ ਵਿੱਚ ਆ, ਆਪਣੇ ਨਿਜ ਘਰ ਵਿੱਚ ਟਿਕ। ਕਿਉਂਕਿ ਜੇ ਨਿਜ ਘਰ ਵਿੱਚ ਨਾ ਟਿਕਿਆ, ਮਨ ਪਰਦੇਸੀ ਜੇ ਥੀਆ ਸਭ ਦੇਸ਼ ਪਰਾਇਆ। ਜੇ ਮਾਨੀ ਸਰੀਰ ਦੇ ਅੰਦਰ, ਮਾਨੀ ਹਿਰਦੇ ਘਰ ਵਿੱਚ ਨਹੀਂ ਟਿਕਿਆ ਤੇ ਉਹਦੇ ਲਈ ਸਾਰਾ ਦੇਸ਼ ਮਾਨੋ ਬਗਾਨਾ ਹੈ, ਪਰਾਇਆ ਹੈ। ਇਸ ਲਈ ਗੁਰੂ ਰਾਮਦਾਸ ਜੀ ਵੀ ਆਵਾਜ਼ ਮਾਰਦੇ ਨੇ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਕਾਹਦੇ ਲਈ ਪਰਦੇਸੀ ਬਣਿਆ, ਕਾਹਦੇ ਲਈ ਬਾਹਰ ਭਟਕ ਰਿਹਾ? ਹੇ ਮੇਰੇ ਮੀਤ, ਹੇ ਮੇਰੇ ਮਿੱਤਰ, ਤੂੰ ਜਲਦੀ ਘਰ ਆ, ਆਪਣੇ ਨਿਜ ਘਰ ਦੇ ਵਿੱਚ ਟਿਕ। ਠਿਰ ਕਰ ਬੈਸੋ ਹਰ ਜਨ ਪਿਆਰੇ। ਤੂੰ ਆਪਣੇ ਨਿੱਜੀ ਘਰ ਵਿੱਚ ਜਦੋਂ ਟਿਕੇਗਾ ਨਾ, ਤੇ ਸੱਚਮੁੱਚ ਜਿਹੜੇ ਉਲਾਮੇ, ਜਿਹੜੀਆਂ ਗਾਲਾਂ ਤੈਨੂੰ ਮਿਲਦੀਆਂ ਸਨ, ਕਦੇ ਤੈਨੂੰ ਕਿਹਾ ਕਿ ਸੁਣ ਮਨ ਅੰਧੇ ਕੁੱਤੇ ਕੁੜਿਆਰ, ਕਦੇ ਤੈਨੂੰ ਇਹ ਕਿਹਾ ਗਿਆ ਕਿ ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ, ਖਰ ਕਾ ਪੈਖਰ ਤਉ ਛੂਟੈ ਜੋ ਉੱਪਰ ਲਾਦਾ। ਕਦੇ ਤੈਨੂੰ ਝਿੜਕਾਂ ਮਾਰੀਆਂ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਤੇ ਜਦੋਂ ਤੂੰ ਨਿਜ ਘਰ ਵਿੱਚ ਆ ਕੇ ਟਿਕੇਗਾ, ਹੇ ਮੇਰੇ ਮਿੱਤਰ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਜਦੋਂ
ਨਿਜ ਘਰ ਵਿੱਚ ਆ ਕੇ ਟਿਕੇਗਾ ਤੇ ਫਿਰ ਤੈਨੂੰ ਕਵਾਂਗੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ। ਫਿਰ ਬੜੇ ਪਿਆਰ ਨਾਲ ਉਹਨੂੰ ਆਵਾਜ਼ ਮਾਰ ਕੇ ਕਿਹਾ ਗਿਆ, ਹੇ ਮੇਰੇ ਪਿਆਰੇ ਮਨ, ਤੂੰ ਆਪਣੇ ਨਿਜ ਘਰ ਵਿੱਚ ਟਿਕ। ਸਭ ਕਹਿੰਦੇ ਮੌਤ ਦੇ ਸੱਦੇ ਤੋਂ ਘਬਰਾ ਨਾ, ਉਸ ਸੱਦੇ ਨੂੰ ਉਡੀਕ ਜਿਹੜਾ ਸੱਦਾ ਤੈਨੂੰ ਜਿਉਂਦਿਆਂ ਜੀ ਗੁਰੂ ਦੇ ਰਾਹੀਂ, ਆ ਗੁਰਬਾਣੀ ਦਾ ਉਪਦੇਸ਼ ਸੱਦਾ ਹੀ ਆ। ਵੱਖਰੇ ਵੱਖਰੇ ਤਰੀਕਿਆਂ ਨਾਲ ਸਾਨੂੰ ਦੱਸਿਆ ਗਿਆ ਕਿ ਪ੍ਰਮਾਤਮਾ ਨੇ ਆਪਣੇ ਵੱਲ ਜੁੜਨ ਲਈ ਤੈਨੂੰ ਸੱਦਾ ਭੇਜਿਆ। ਜਦੋਂ ਦੁਨਿਆਵੀ ਤੌਰ ਤੇ ਆਪਾਂ ਵੇਖਦੇ ਹਾਂ ਕਿ ਜੇ ਘਰ ਦੇ ਨੇੜੇ ਗਵਾਂਢ ਵਿੱਚ ਕੋਈ ਖੁਸ਼ੀ ਦਾ ਜਾਂ ਕੋਈ ਵਿਆਹ ਵਰਗਾ ਕਾਰਜ ਹੋਵੇ ਤੇ ਗਵਾਂਢੀ ਉਹਨਾਂ ਦੇ ਘਰ ਨਾ ਜਾਵੇ ਤੇ ਆਪਾਂ ਨੂੰ ਪੁੱਛੀਏ ਵੀ ਲਾਗੇ ਇੰਨਾ ਖੁਸ਼ੀਆਂ ਦਾ ਕਾਰਜ ਤੇ ਤੂੰ ਗਿਆ ਨਹੀਂ, ਤੇ ਅੱਗੋਂ ਕਹਿੰਦਾ ਵੀ ਮੈਨੂੰ ਸੱਦਾ ਹੀ ਨਹੀਂ ਮਿਲਿਆ, ਮੈਨੂੰ ਸੱਦਾ ਹੀ ਨਹੀਂ ਆਇਆ। ਸੱਚੀ ਮੁੱਚੀ ਸਤਿਗੁਰੂ ਕਹਿੰਦੇ ਨੇ, ਜਿਹੜੇ ਅੰਮ੍ਰਿਤ ਵੇਲੇ ਨਹੀਂ ਜਾਗੇ, ਜਿਹੜੇ ਗੁਰੂ ਕੀ ਸੰਗਤ ਵਿੱਚ ਨਹੀਂ ਆਏ, ਜਿਹੜੇ ਗੁਰੂ ਕੀ ਬਾਣੀ ਨਾਲ ਨਹੀਂ ਜੁੜੇ, ਉਹ ਏਡੇ ਅਭਾਗੇ ਨੇ ਕਿ ਉਹਨਾਂ ਨੂੰ ਸੱਦਾ ਹੀ ਨਹੀਂ ਮਿਲਿਆ। ਜਿਵੇਂ ਸਕਾ ਗਵਾਂਢੀ ਨੂੰ ਸੱਦਾ ਨਾ ਦੇਵੇ। ਤੇ ਕਈ ਵਾਰ ਚਰਚਾ ਹੁੰਦੀ ਆ ਵੀ ਵੇਖੋ ਗਵਾਂਢ ਕਿਹੋ ਜਿਹਾ, ਵੀ ਉਸ ਪਰਿਵਾਰ ਨੇ ਇਹਨੂੰ ਸੱਦਿਆ ਹੀ ਕੋਈ ਨਹੀਂ। ਤੇ ਜੇ ਅਸੀਂ ਮਨੁੱਖਾ ਜੀਵਨ ਦੇ ਵਿੱਚ ਹੋਰ ਪਾਸੇ ਭਟਕ ਰਹੇ ਹਾਂ, ਪ੍ਰਮਾਤਮਾ ਵੱਲ ਨਹੀਂ ਤੁਰੇ, ਤੇ ਸਾਡੇ ਨਾਲੋਂ ਅਭਾਗਾ ਹੋਰ ਮਨੁੱਖ ਕੌਣ ਹੋ ਸਕਦਾ ਵੀ ਅਜੇ ਤੱਕ ਸਾਨੂੰ ਪ੍ਰਮਾਤਮਾ ਦੇ ਸੱਦੇ ਦਾ ਪਤਾ ਹੀ ਨਹੀਂ ਲੱਗਾ। ਤੇ ਸਾਹਿਬ ਕਹਿੰਦੇ ਜਦੋਂ ਪ੍ਰਮਾਤਮਾ ਦਾ ਸੱਦਾ ਸੁਣ ਕੇ ਕੋਈ ਪ੍ਰਮਾਤਮਾ ਨਾਲ ਜੁੜਦਾ ਹੈ ਨਾ, ਉਹਦੀ ਜ਼ਿੰਦਗੀ ਵਿੱਚ ਨੇਚਲ ਰਾਜ, ਉਹਦੀ ਜ਼ਿੰਦਗੀ ਵਿੱਚ ਲੱਖਾਂ ਪਾਤਸ਼ਾਹੀਆਂ ਵਾਲੀਆਂ ਖੁਸ਼ੀਆਂ, ਐਸ਼ ਵਰਜ ਵਰਗਾ ਸੁਖਦਾਈ ਮਾਹੌਲ ਬਣਿਆ ਰਹਿੰਦਾ। ਤੇ ਦੂਸਰੇ ਪਾਸੇ ਰਾਜ ਭਾਗ ਸਾਰੀ ਐਸ਼ ਵਰਜ ਵੀ ਹੋਵੇ, ਪਰ ਬੰਦਾ ਪ੍ਰਮਾਤਮਾ ਨਾਲ ਨਾ ਜੁੜੇ, ਉਹ ਸੁੱਖ ਵੀ ਇਹਦੀ ਜ਼ਿੰਦਗੀ ਲਈ ਦੁਖਦਾਈ ਬਣ ਜਾਂਦੇ ਨੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਤੇ ਜਦੋਂ ਕੋਈ ਪ੍ਰਮਾਤਮਾ ਦਾ ਸੱਦਾ ਸੁਣ ਕੇ ਪ੍ਰਮਾਤਮਾ ਨਾਲ ਜੁੜਦਾ, ਪਿੱਛੋਂ ਰਾਤੀ ਸੱਦੜਾ ਨਾਮ ਖਸਮ ਘਾਲੇ। ਜਿਨ੍ਹਾਂ ਨੂੰ ਪਿਛਲੀ ਰਾਤ, ਜਿਨ੍ਹਾਂ ਨੂੰ ਰਾਤ ਦੇ ਚੌਥੇ ਪਹਿਰ ਸੱਦਾ ਮਿਲਿਆ, ਤੇ ਜਦੋਂ ਉਹ ਸੱਦੇ ਨੂੰ, ਆਵਾਜ਼ ਨੂੰ ਸੁਣ ਕੇ ਉੱਠੇ ਨੇ, ਪਿੱਛੋਂ ਰਾਤੀ ਸੱਦੜਾ ਨਾਮ ਖਸਮ ਘਾਲੇ। ਖੇਮੇ ਛਤਰ ਸਰਾਏ 'ਚ ਦਿਸਨ ਰੱਥ ਪੀੜੇ। ਕਹਿੰਦੇ ਜਿਵੇਂ ਖੇਮੇ ਕਹਿੰਦੇ ਨੇ ਖੈਮਾ ਭਾਵ ਤੰਬੂ, ਇਸੇ ਤਰ੍ਹਾਂ ਸਰਾਏ 'ਚ ਕਨਾਤਾਂ, ਰੱਥ ਪੀੜੇ ਤਿਆਰ ਰੱਥ। ਜਿਵੇਂ ਕੋਈ ਬੰਦਾ ਕਵੇ ਕਿ ਵੇਖੋ ਮੇਰਾ ਏਡਾ ਵੱਡਾ ਰਾਜ ਭਾਗ, ਏਡੀ ਵੱਡੀ ਐਸ਼ ਵਰਜ ਕਿ ਮੇਰੀਆਂ ਅਸਵਾਰੀਆਂ ਸੋਹਣੇ ਰੱਥ ਨੇ, ਤੰਬੂ ਕਨਾਤਾਂ ਸ਼ਮਿਆਨਿਆਂ ਦੇ ਵਿੱਚ ਜਿਨ੍ਹਾਂ ਦੀ ਕੀਮਤ ਅਰਬਾਂ ਕਰੋੜਾਂ ਖਰਬਾਂ ਰੁਪਈਏ ਨੇ, ਉਹਨਾਂ ਵਿੱਚ ਮੇਰੇ ਦਰਬਾਰ ਸੱਜਦੇ ਨੇ। ਸਭ ਕਹਿਣ ਲੱਗੇ ਜੇ ਪਰਮਾਤਮਾ ਨਾਲ ਜੁੜ ਜਾਈਏ ਤੇ ਇਹਦੇ ਤੋਂ ਵੱਡੇ ਵੀ ਸੁੱਖ ਪ੍ਰਾਪਤ ਹੁੰਦੇ ਨੇ। ਪਿੱਛੋਂ ਰਾਤੀ ਸੱਦੜਾ ਨਾਮ ਖਸਮ ਘਾਲੇ। ਖੇਮੇ ਛਤਰ ਸਰਾਏ 'ਚ ਦਿਸਨ ਰੱਤ ਫੀੜੇ। ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸੱਦ ਮਿਲੇ। ਕਹਿੰਦੇ ਉਹਨਾਂ ਨੂੰ ਸੱਦ ਕੇ, ਉਹਨਾਂ ਨੂੰ ਬਿਨਾਂ ਯਤਨਾਂ ਦੇ ਇਹ ਸਾਰਾ ਕੁਝ ਮਿਲ ਜਾਂਦਾ। ਭਾਵ ਉਹਨਾਂ ਦੀ ਅਵਸਥਾ ਇੰਨੀ ਸੁਖਦਾਈ ਹੋ ਜਾਂਦੀ ਹੈ ਕਿ ਉਹਨਾਂ ਨੂੰ ਇਹ ਸਾਰਾ ਕੁਝ ਤੁਸ਼ ਤੇ ਨਾਸਵੰਦ ਦਿਖਾਈ ਦਿੰਦਾ ਉਸ ਆਤਮਿਕ ਸੁੱਖ ਦੇ ਸਾਹਮਣੇ, ਜਿਹੜਾ ਆਤਮਿਕ ਸੁੱਖ ਪਰਮਾਤਮਾ ਨਾਲ ਜੁੜ ਕੇ ਮਿਲਦਾ ਹੈ। ਇਸ ਲਈ ਗਰੀਬ ਨਵਾਜ ਸਾਨੂੰ ਸਾਰਿਆਂ ਨੂੰ ਇਹ ਪਿਆਰ ਸਹਿਤ ਪ੍ਰੇਰਨਾ ਕਰਕੇ ਸਮਝਾ ਰਹੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਤਨਾਸਰੀ ਰਾਗ ਅੰਦਰ ਗੁਰੂ ਨਾਨਕ ਜੋਤ ਦੇ ਪੰਜਵੇਂ ਸਰੂਪ, ਕਿਉਂਕਿ ਜੋਤ ਇੱਕੋ ਹੀ ਹੈ, ਜੋਤ ਪੰਜਵੀਂ ਨਹੀਂ। ਜਿਵੇਂ ਅੱਜ ਵੀ ਅਸੀਂ ਅਰਦਾਸ ਕਰਦੇ ਹਾਂ, 10 ਪਾਤਸ਼ਾਹੀਆਂ ਦੀ ਜੋਤ। ਪਾਤਸ਼ਾਹੀਆਂ 10, ਟਿਕਾਣੇ 10, ਮਹਿਲ 10, ਪਰ ਜੋਤਾਂ 10 ਨਹੀਂ। ਜੋਤ ਇੱਕੋ ਹੀ ਹੈ। ਉਹੀ ਜੋਤ ਅੱਜ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਰਾਜਮਾਨ ਹੈ। 10 ਪਾਤਸ਼ਾਹੀਆਂ ਦੀ ਜੋਤ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਲਾਇਓ। ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਓ। ਅਮਰਦਾਸ ਅਮਰਤ ਛਤਰ ਗੁਰ ਰਾਮੈ ਦਿਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਪਿੱਖੋ ਨਾਇਣ।
ਗੁਰੂ ਨਾਨਕ ਜੋਤ ਦੇ ਪੰਜਵੇਂ ਵਾਰਸ, ਤਨਾਸਰੀ ਮਹੱਲਾ ਪੰਜਵਾਂ ਦਾ ਮਤਲਬ ਕਿ ਗੁਰੂ ਨਾਨਕ ਜੋਤ ਦੇ ਜਿਹੜੇ ਪੰਜਵੇਂ ਵਾਰਸ ਨੇ, ਪੰਜਵੇਂ ਨਾਨਕ ਨੇ, ਜੋਤ 오ਹਾ ਜੁਗਤ ਸਾਏ ਦੇ ਵਾਰਸ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਹਨ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਕਰ ਆਓ। हे ਭਾਈ, हे ਮੇਰੇ ਮਨ, ਜਾਂ ਇਹ ਕਹਿ ਲਈਏ ਕਿ हे ਮੇਰੀ ਜਿੰਦੇ ਜਗਿਆਸੂ ਨੂੰ ਉਪਦੇਸ਼ ਹੈ। ਜਿਨ ਤੁਮ ਭੇਜੇ, ਜਿਸ ਪਰਮਾਤਮਾ ਨੇ ਤੈਨੂੰ ਸੰਸਾਰ ਵਿੱਚ ਭੇਜਿਆ। ਜੇ ਹੁਣ ਸ਼ਬਦ ਦੇ ਅੰਤਰੀ ਭਾਵ ਵੱਲ ਆਪਾਂ ਧਿਆਨ ਨਾ ਦਿੱਤਾ ਤੇ ਇੰਜ ਲੱਗੇਗਾ ਵੀ ਸ਼ਾਇਦ ਜਦੋਂ ਕੋਈ ਅਕਾਲ ਚਲਾਣਾ ਕਰਦਾ ਵੀ ਇਹ ਉਹ ਉਪਦੇਸ਼ ਹੈ ਵੀ ਜਿਨੇ ਤੈਨੂੰ ਸੰਸਾਰ ਵਿੱਚ ਭੇਜਿਆ ਉਹਨੇ ਆਪਣੇ ਵੱਲ ਬੁਲਾਇਆ। ਨਹੀਂ, ਇਹ ਜਿਉਂਦਿਆਂ ਜੀ ਗੱਲ ਹੈ। ਜੇ ਆਪਾਂ ਗੁਰਬਾਣੀ ਨੂੰ ਸਮਝ ਲਈਏ ਨਾ ਤੇ ਸੱਚਮੁੱਚ ਜਦੋਂ ਅਸੀਂ ਗੁਰੂ ਕੇ ਉਹ ਬਚਨ ਪੜ੍ਹਦੇ ਹਾਂ ਕਿ ਬਾਬਾ ਬੋਲਤੇ ਤੇ ਕਹਾਂ ਗਏ, ਉੱਥੇ ਵੀ ਕਿਸੇ ਵਿਅਕਤੀ ਦੇ ਮਰਨ ਦੀ ਗੱਲ ਨਹੀਂ ਹੈ। ਉੱਥੇ ਇੱਕ ਦੀ ਗੱਲ ਨਹੀਂ, ਬੋਲਤੇ ਬਹੁ ਵਚਨ ਹੈ। ਉੱਥੇ ਵਕਾਰਾਂ ਦੇ ਮਰਨ ਦੀ ਗੱਲ ਹੈ। ਬਾਬਾ ਬੋਲਤੇ ਤੇ ਕਹਾਂ ਗਏ। ਹੇ ਭਾਈ, ਜਿਹੜੇ ਤੇਰੇ ਸਰੀਰ ਦੇ ਅੰਦਰ ਵਕਾਰਾਂ ਦਾ ਜਿਹੜਾ ਬੋਲ ਬਾਲਾ ਸੀ ਉਹ ਵਕਾਰ ਕਿੱਧਰ ਮਰ ਗਏ? ਬੋਲਤੇ ਇੱਕ ਦਾ ਨਹੀਂ ਵੀ ਜਿਹੜਾ ਬੰਦਾ ਬੋਲ ਰਿਹਾ ਸੀ ਅੱਜ ਕਿੱਥੇ ਚਲਿਆ ਗਿਆ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ। ਜਿਹੜੇ ਵਿਸ਼ੇ ਵਕਾਰ ਸੁਰਤ ਵਿੱਚ ਸਦਾ ਵਕਾਰਾਂ ਦਾ ਹੀ ਨਾਚ ਕਰਦੇ ਸਨ, ਵਕਾਰਾਂ ਦੀਆਂ ਕਥਾ ਕਹਾਣੀਆਂ ਚੱਲਦੀਆਂ ਸਨ, ਉਹ ਵਕਾਰ ਕਿੱਥੇ ਮਰ ਗਏ ਹੁਣ। ਇਸ ਕਰਕੇ ਗੁਰੂ ਕੀ ਬਾਣੀ ਦੇ ਵਿੱਚ ਜਿਹੜਾ ਸਿਧਾਂਤ ਹੈ ਉਹਨੂੰ ਸਮਝਣ ਦੀ ਬੜੀ ਜ਼ਰੂਰ ਗਰੀਬ ਨਵਾਜ਼ ਨੇ ਇੱਥੇ ਮੌਤ ਦੇ ਸੱਦੇ ਦੀ ਗੱਲ ਨਹੀਂ ਕੀਤੀ। ਇੱਥੇ ਉਸ ਤੋਂ ਪਹਿਲਾਂ ਵਾਲੇ ਸੱਦੇ ਦੀ ਗੱਲ ਕੀਤੀ ਹੈ ਕਿ ਜਿਨ ਤੁਮ ਭੇਜੇ, ਜਿਨੇ ਤੈਨੂੰ ਸੰਸਾਰ ਵਿੱਚ ਭੇਜਿਆ, ਤਿਨੈ ਬੁਲਾਏ, ਉਹਨੇ ਤੈਨੂੰ ਆਪਣੇ ਵੱਲ ਬੁਲਾਇਆ, ਉਹਨੇ ਤੈਨੂੰ ਆਪਣੇ ਵੱਲ ਜੁੜਨ ਦੀ ਪ੍ਰੇਰਨਾ ਕੀਤੀ ਹੈ, ਉਹਨੇ ਤੈਨੂੰ ਆਪਣੇ ਵੱਲ ਸੱਦਿਆ। ਸੁਖ ਸਹਿਜ ਸੇਤੀ ਘਰ ਆਓ। ਹੇ ਮੇਰੇ ਮਨ, ਹੇ ਮੇਰੀ ਜਿੰਦੇ, ਤੂੰ ਆਤਮਕ ਡੋਲਤਾ ਵਿੱਚ ਟਿਕ ਕੇ ਆਪਣੇ ਨਿਜ ਘਰ ਦੇ ਵਿੱਚ ਸੁਖ ਸਹਿਤ ਨਿਵਾਸ ਕਰ। ਕਿਉਂ ਬਾਹਰ ਭਟਕੇ ਹੇ ਮੇਰੇ ਜੀੜੇ, ਤੂੰ ਦੁਖੀ ਹੋ ਰਿਹਾ? ਕਿਉਂ ਥਾਂ ਥਾਂ ਤੇ ਭਟਕ ਕੇ ਖੁਆਰ ਹੋ ਰਿਹਾ? ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਨਿਹ ਚਲ ਰਾਜ ਕਮਾਓ। ਆਪਣੇ ਹਿਰਦੇ ਘਰ ਵਿੱਚ ਆਉਣ ਦਾ ਭਾਵ ਕੀ ਹੈ? ਕਿ ਤੂੰ ਬਹੁਤ ਸਹਿਜ ਅਵਸਥਾ ਦੇ ਵਿੱਚ ਜਿਹੜੀ ਆਤਮਕ ਅਡੌਲਤਾ ਦੀ ਰੋਹ ਹੈ ਨਾ, ਧੁਨ ਹੈ, ਇਹਦੇ ਵਿੱਚ ਟਿਕ ਕੇ ਭਾਵ ਬੜੇ ਆਨੰਦ ਖੁਸ਼ੀ ਦੇ ਨਾਲ ਤੂੰ ਜਦੋਂ ਪਰਮਾਤਮਾ ਦੇ ਗੁਣ ਗਾਵੇਂਗਾ ਨਾ ਤੇ ਇਸ ਤਰ੍ਹਾਂ ਫਿਰ ਨੇਚਲ ਰਾਜ ਕਮਾਓ। ਪਹਿਲਾਂ ਤੂੰ ਭਟਕ ਕੇ ਦੁਖੀ ਹੋ ਰਿਹਾ, ਵਕਾਰ ਤੇਰੇ ਤੇ ਰਾਜ ਕਰ ਰਹੇ ਨੇ, ਫਿਰ ਤੂੰ ਅਟਲ ਆਤਮਿਕ ਸੁੱਖਾਂ ਵਾਲਾ ਜਿਹੜਾ ਰਾਜ ਹੈ ਉਹਨੂੰ ਕਮਾਵੇਂਗਾ, ਉਹਨੂੰ ਜ਼ਿੰਦਗੀ ਵਿੱਚ ਪ੍ਰਾਪਤ ਕਰੇਗਾ। ਭਗਤ ਕਬੀਰ ਸਾਹਿਬ ਜੀ ਨੇ ਇਸ ਰਾਜ ਦੀ ਗੱਲ ਕੀਤੀ ਹੈ। ਪਹਿਲਾਂ ਪ੍ਰਸ਼ਨ ਕੀਤਾ, ਕਿਉਂ ਲੀਜੈ ਗੜ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ, ਪਾਂਚ ਪਚੀਸ ਮੋਹ ਮਦ ਮਤਸਰ, ਆਡੀ ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੈ, ਕਹਾਂ ਕਰੋ ਰਗੜਾਇਆ। ਹੇ ਮੇਰੇ ਪ੍ਰਭੂ, ਇਸ ਸਰੀਰ ਦੇ ਵਿੱਚ ਜਿਹੜਾ ਮਨ ਰੂਪੀ ਰਾਜਾ ਹੈ ਨਾ, ਉਹ ਬੜਾ ਆਕੀ ਹੋਇਆ ਪਿਆ, ਜਿਹਦੇ ਕੋਲ ਪੰਜ ਵਕਾਰਾਂ ਦੀ, ਪੰਜਾਂ ਪ੍ਰਕਿਰਤੀਆਂ ਦੀ, ਮਾਨੋ ਦੁਸ਼ਟਾਂ ਦੀ ਫੌਜ ਹੈ, ਤੇ ਉਹ ਬੜੀ ਪ੍ਰਬਲ ਮਾਇਆ ਦੀ ਆੜ ਲੈ ਕੇ ਮੇਰੇ ਨਾਲ ਲੜਨ ਵਾਸਤੇ ਆ ਰਿਹਾ ਹੈ। ਵੇਖੋ, ਦੁਸ਼ਮਣ ਬਣਿਆ ਪਿਆ, ਕਹਿਣ ਲੱਗੇ ਆਕੀ ਹੋਇਆ ਪਿਆ, ਤੇ ਉਹਨੇ ਏਡਾ ਤਗੜਾ ਪ੍ਰਬੰਧ ਕੀਤਾ ਕਿ ਜਿਸ ਕਿਲੇ ਦੇ ਵਿੱਚ ਉਹ ਰਹਿੰਦਾ ਹੈ ਨਾ, ਕਾਮ ਕਵਾਰੀ ਦੁੱਖ ਸੁਖ ਦਰਵਾਨੀ, ਪਾਪ ਪੁੰਨ ਦਰਵਾਜਾ, ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ, ਤੈ ਮਨ ਮਵਾਸੀ ਰਾਜਾ। ਤੇ ਕਹਿੰਦੇ ਉਹਨੇ ਸਰੀਰ ਦੇ ਉੱਪਰ ਜਿਵੇਂ ਕੋਈ ਲੋਹੇ ਦਾ ਕੋਟ ਪਹਿਨਦਾ, ਮਾਨੋ ਸੁਰੱਖਿਆ ਵਾਸਤੇ, ਸਿਰ ਦੀ ਸੱਟ ਤੋਂ ਬਚਣ ਵਾਸਤੇ ਲੋਹੇ ਦਾ ਟੋਪ ਪਹਿਨਦਾ। ਇਸ ਮਨ ਨੇ ਕੀ ਕੀ ਪਹਿਨਿਆ ਹੋਇਆ? ਸਵਾਦ ਸਨਾ ਟੋਪ ਮਮਤਾ ਕੋ ਕਬੁੱਧ ਕਮਾਨ ਚੜਾਈ, ਤਿਸ਼ਨਾ ਤੀਰ ਰਹੇ ਘਟ ਭੀਤਰ,
ਇਉਂ ਗੱਡ ਲਿਓ ਨਾ ਜਾਈ। ਪਰ ਕਹਿੰਦੇ ਜਦੋਂ ਗੁਰੂ ਨੇ ਥਾਪੜਾ ਦੇ ਦਿੱਤਾ, ਮਾਲਕ ਨੇ ਕਿਰਪਾ ਕਰ ਦਿੱਤੀ, ਤੇ ਫਿਰ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ। ਬ੍ਰਹਮ ਅਗਨ ਸਹਿਜੇ ਪਰਜਾਲੀ ਏਕੈ ਚੋਟ ਸਜਾਇਆ। ਕਹਿੰਦੇ ਜਦੋਂ ਪ੍ਰਭੂ ਦੇ ਚਰਨਾਂ ਦਾ ਪਲੀਤਾ, ਮਾਲਕ ਦੇ ਚਰਨਾਂ ਵਿੱਚ ਜੁੜੀ ਹੋਈ ਸੁਰਤ ਨੂੰ ਮੈਂ ਹਵਾਈ ਬਣਾ ਕੇ, ਤੇ ਕਹਿੰਦੇ ਜਦੋਂ ਸੱਚਮੁੱਚ ਗਿਆਨ ਦਾ ਗੋਲਾ ਚਲਾਇਆ ਨਾ, ਤੇ ਉਹ ਵਕਾਰ ਫਿਰ ਇੱਕ ਸੱਟ ਅੱਗੇ, ਇੱਕ ਹਮਲੇ ਅੱਗੇ, ਇੱਕ ਚੋਟ ਅੱਗੇ ਵੀ ਨਾ ਟਿਕ ਸਕੇ। ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ। ਬ੍ਰਹਮ ਅਗਨ ਸਹਿਜੇ ਪਰਜਾਲੀ ਏਕੈ ਚੋਟ ਸਜਾਇਆ। ਸਤ ਸੰਤੋਖ ਦੋਏ ਲੜਨੇ ਲਾਗਾ। ਕਹਿੰਦੇ ਮੈਂ ਸਤ ਤੇ ਸੰਤੋਖ ਨੂੰ ਨਾਲ ਲੈ ਕੇ ਜਦੋਂ ਇਹਨਾਂ ਦਾ ਮੁਕਾਬਲਾ ਕੀਤਾ, ਤੋੜੇ ਦੋਏ ਦਰਵਾਜ਼ਾ। ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕਰਿਓ ਮਨ ਕੋ ਰਾਜਾ। ਭਗਵਤ ਭੀਰ ਸਖਤ ਸਿਮਰਨ ਕੀ ਕਟੀ ਕਾਲ ਪੈ ਫਾਸੀ। ਦਾਸ ਕਮੀਰ ਚੜਿਓ ਗੜ ਉੱਪਰ ਰਾਜ ਲਿਓ ਅਬਨਾਸੀ। ਆਹ ਰਾਜ ਜਿਹੜਾ ਸਤਿਗੁਰੂ ਜੀ ਅੱਜ ਮੁੱਖ ਵਾਕ ਵਿੱਚ ਜ਼ਿਕਰ ਕਰ ਰਹੇ ਨੇ ਨਾ, ਕਿ ਜਿਨ ਤੁਮ ਭੇਜੇ ਤਿਨੈ ਬੁਲਾਏ ਸੁਖ ਸਹਿਜ ਸੇਤੀ ਘਰ ਆਓ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨੇਚਲ ਰਾਜ ਕਮਾਓ। ਉਵੇਂ ਭਗਤ ਕਬੀਰ ਸਾਹਿਬ ਜੀ ਵੇਖੋ, ਖੱਡੀ ਵਿੱਚ ਤਾਣਾ ਤਣ ਕੇ ਕੱਪੜਾ ਬੁਣਦੇ ਸਨ। ਆਪਣੇ ਬਾਰੇ ਉਹਨਾਂ ਨੇ ਕਿਹਾ ਕਿ ਜਾਤ ਜੁਲਾਹਾ ਮਤ ਕਾ ਧੀਰ। ਪਰ ਸੱਚੀ ਮੁੱਚੀ ਉਹ ਅੰਦਰ ਦਾ ਜਿਹੜਾ ਆਤਮਿਕ ਰਾਜ ਉਹਨਾਂ ਨੇ ਪ੍ਰਾਪਤ ਕੀਤਾ ਨਾ, ਉਹਨਾਂ ਨੂੰ ਦੁਨੀਆ ਦੇ ਰਾਜੇ ਝੂਠੇ ਤੇ ਨਾਸਵਾਨ ਦਿਸਦੇ ਸਨ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀਐ। ਇਸ ਕਰਕੇ ਦਾਸ ਕਮੀਰ ਚੜਿਓ ਗੜ ਉੱਪਰ ਰਾਜ ਲਿਓ ਅਬਨਾਸ਼ੀ। ਆ ਅਬਨਾਸ਼ੀ ਰਾਜ ਜਿਹੜਾ ਕਦੇ ਖਤਮ ਨਹੀਂ ਹੁੰਦਾ। ਸਾਹਿਬ ਕਹਿੰਦੇ, ਹੇ ਮੇਰੇ ਮਨ ਮਿੱਤਰ, ਤੂੰ ਆਪਣੇ ਨਿਜ ਘਰ ਵਿੱਚ ਟਿਕ। ਤੈਨੂੰ ਪ੍ਰਮਾਤਮਾ ਨੇ ਆਪਣੇ ਵੱਲ, ਆਪਣੇ ਨਾਲ ਜੁੜਨ ਵਾਸਤੇ ਤੈਨੂੰ ਸੱਦਾ ਭੇਜਿਆ, ਤੈਨੂੰ ਬੁਲਾਉਣਾ ਕੀਤਾ ਹੈ। ਤੂੰ ਪ੍ਰਭੂ ਨਾਲ ਜੁੜ। ਤੁਮ ਕਰ ਆਵੋ ਮੇਰੇ ਮੀਤ। ਇਹ ਮੇਰੇ ਮਿੱਤਰ ਮਨ, ਤੂੰ ਆਪਣੇ ਨਿਜ ਘਰ ਵਿੱਚ ਆ, ਹਿਰਦੇ ਘਰ ਵਿੱਚ ਟਿਕ, ਬਾਹਰ ਨਾ ਭਟਕ। ਤੁਮਰੇ ਦੁਖੀ ਹਰ ਆਪ ਨਿਵਾਰੇ। ਜਿਹੜੇ ਵਿਸ਼ੇ ਵਿਕਾਰ ਤੇਰੇ ਦੋਖੀ ਸਨ, ਉਹ ਪ੍ਰਮਾਤਮਾ ਨੇ ਦੂਰ ਕਰ ਦਿੱਤੇ ਹਨ। ਆਪਦਾ ਭਈ ਬੇਤੀਤ। ਇਹਨਾਂ ਔਗਣਾ ਵਿਕਾਰਾਂ ਦੇ ਕਾਰਨ ਜਿਹੜੀ ਅਪਦਾ, ਜਿਹੜੀ ਵਿਪਤਾ ਆਉਣੀ ਸੀ, ਉਹ ਹੁਣ ਬਤੀਤ ਹੋ ਗਈ, ਮੁੱਕ ਗਈ। ਭਾਵ ਹੁਣ ਉਹ ਖਤਮ ਹੋ ਗਈ ਆ, ਕਿਉਂਕਿ ਮਾਲਕ ਤੇਰਾ ਮਦਦਗਾਰ ਬਣਿਆ ਹੈ। ਜਦੋਂ ਤੂੰ ਉਸ ਮਾਲਕ ਨੂੰ ਸਹਾਇਤਾ ਲਈ ਪੁਕਾਰਿਆ ਸੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਆਪ ਨੂੰ ਗੁਸਾਈ ਦਾ ਪਹਿਲਵਾਨੜਾ ਦੱਸਦੇ ਨੇ, ਕਿਉਂਕਿ ਇਹ ਜਗਤ ਇੱਕ ਛਿੰਝ ਹੈ, ਅਖਾੜਾ ਹੈ। ਪਰਮਾਤਮਾ ਵੇਖ ਰਿਹਾ ਕਿ ਕੁਝ ਜੀਵ ਵਿਕਾਰਾਂ ਨੇ ਢਾ ਲਏ, ਤੇ ਕੁਝ ਉਹ ਜਿਨ੍ਹਾਂ ਨੇ ਵਿਕਾਰ ਜਿੱਤ ਲਏ। ਬਸ ਇਹੀ ਅੰਤਰ ਹੈ ਮਨਮੁਖ ਤੇ ਗੁਰਮੁਖ ਵਿੱਚ, ਹਾਰੇ ਤੇ ਜਿੱਤੇ ਦੇ ਵਿੱਚ। ਸਭ ਕਹਿਣ ਲੱਗੇ, ਮੈਂ ਤੇ ਰੱਬ ਦਾ ਪਹਿਲਵਾਨ ਬਣ ਕੇ ਜਗਤ ਵਿੱਚ ਆਇਆ। ਕੀ ਪਾਇਆ ਇਹਨਾਂ ਵਿਕਾਰਾਂ ਦੀ ਕਿ ਮੈਨੂੰ ਜਿੱਤ ਸਕਣ। ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ। ਸਭ ਹੋਈ ਸਿੰਜ ਇਕੱਠੀਆ, ਦਈ ਬੈਠਾ ਵੇਖੈ ਆਪ ਜਿਉ। ਵਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ। ਨੇਤੇ ਪੰਜ ਜਵਾਨ, ਮੈਂ ਗੁਰ ਥਾਪੀ ਦਿੱਤੀ ਕੰਡ ਜਿਉ। ਕਹਿੰਦੇ ਹੁਣ ਤਾਂ ਮਾਲਕ ਦੀ ਇੰਨੀ ਕਿਰਪਾ ਹੋ ਗਈ, ਗੁਰ ਪੂਰਾ ਮੇਰੀ ਰਾਖ ਲਈ। ਵਿਕਾਰਾਂ ਦੇ ਸਾਹਮਣੇ ਮੇਰੀ ਇੱਜ਼ਤ ਮੇਰੇ ਪੂਰੇ ਗੁਰੂ ਨੇ ਰੱਖ ਲਈ ਹੈ। ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰ ਪੂਰੇ ਕਾ ਜਪਿਆ ਜਾਪ। ਕਹਾਂ ਕਰੈ ਕੋਈ ਵਿਚਾਰਾ, ਪ੍ਰਭ ਮੇਰੇ ਕਾ ਬੜ ਪ੍ਰਤਾਪ। ਸਿਮਰ 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 ਸੁਖ ਪਾਇਆ, ਚਰਨ ਕਮਲ ਰਖ ਮਨ ਮਾਹੀ। ਤਾਂ ਕੀ ਸ਼ਰਨ ਪਰਿਓ ਨਾਨਕ ਦਾਸ, ਜਾਣਤੈ ਉਪਰ ਕੋ ਨਾਹੀ। ਕਹਿੰਦੇ ਮੈਂ ਉਹਦੀ ਸ਼ਰਨ ਵਿੱਚ ਆ ਜਿਹਦੇ ਉੱਪਰ ਕੋਈ ਨਹੀਂ, ਜਿਹਦੇ ਤੋਂ ਵੱਡਾ ਕੋਈ ਨਹੀਂ। ਇਸ ਕਰਕੇ ਹੁਣ ਸਾਰੀ ਵਿਪਤਾ, ਸਾਰੀ ਉਹ ਅਪਦਾ ਬਤੀਤ ਹੋ ਗਈ। ਦੋਖੀ ਨਿਵਰਤ ਹੋ ਗਏ ਜਿਹੜੇ ਸਤਾਉਂਦੇ ਸਨ। ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ, ਤੇ ਮਿਟੇ ਸਭ ਗਿਆ। ਸਹਿਜ ਸੈਨ ਅਰ ਸੁਖਮਨ ਨਾਰੀ, ਊਂਦ ਕਮਲ ਬਕਸਇਆ। ਦੇਖੋ ਅਚਰਜ ਭਇਆ, ਜੇ ਠਾਕੁਰ ਕੋ ਸੁਨਤ ਅਗਾਧ ਬੋਧ। ਸੋ ਹਿਰਦੈ ਗੁਰ ਦਇਆ,
ਜੋਏ ਦੂਤ ਮੋਇ ਬਹੁਤ ਸੰਤਾਵਤ ਤੇ ਭਿਆਨਕ ਭਇਆ ਕਰੈ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸ਼ਰਨਇਆ। ਜਿਹੜੇ ਪਹਿਲਾਂ ਡਰਾਉਂਦੇ ਸਨ, ਜਿਨ੍ਹਾਂ ਤੋਂ ਬੰਦਾ ਥਰ ਥਰ ਕੰਬਦਾ ਸੀ, ਜਿਹੜੇ ਹਕੂਮਤ ਕਰਦੇ ਸਨ, ਕਹਿੰਦੇ ਉਹ ਵਿਕਾਰ ਹੁਣ ਮੇਰੇ ਤੋਂ ਡਰ ਰਹੇ ਨੇ। ਜੋਏ ਦੂਤ ਮੋਇ ਬਹੁਤ ਸੰਤਾਵਤ, ਕਿਉਂਕਿ ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੂੰ ਪੰਜ ਦੂਤ ਵਸ ਕਰ ਦਿੱਤੇ ਤੇ ਕਾਲ ਰੂਪੀ ਕੰਡਾ ਵੀ ਖਤਮ ਕਰ ਦਿੱਤਾ। ਇਸ ਕਰਕੇ ਇਹ ਭਾਈ ਉਸ ਪਰਮਾਤਮਾ ਨਾਲ ਆਪਣੇ ਆਪ ਨੂੰ ਜੋੜ। ਰਹਾਉ। ਰਹਾਉ ਦਾ ਭਾਵ ਹੈ ਠਹਿਰਾਓ, ਵਿਸ਼ਰਾਮ ਭਾਵ। ਇਹਨਾਂ ਪਾਵਨ ਤੁਕਾਂ ਵਿੱਚ ਸ਼ਬਦ ਦਾ ਅੰਤਰੀ ਭਾਵ ਹੈ। ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ, ਨਾਸਨ ਭਾਜਨ ਥਾਕੇ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਨੇ ਆਪਣਾ ਆਪ ਪ੍ਰਗਟ ਕਰ ਦਿੱਤਾ ਹੈ, ਉਹਨਾਂ ਦੀ ਨਸ ਭੱਜ ਭਟਕਣਾ ਖਤਮ ਹੋ ਗਈ ਆ। ਜਿਹੜੇ ਇੱਕ ਜਗ੍ਹਾ ਤੇ ਅੰਦਰੋਂ ਕਦੇ ਟੇਕੇ ਨਹੀਂ ਸਨ ਬੈਠਦੇ, ਉਹ ਬਿਲਕੁਲ ਹੁਣ ਟਿਕਾ ਵਿੱਚ ਆ ਗਏ ਨੇ। ਕਹਿਣ ਲੱਗੇ ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ, ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੇ, ਪੈਰ ਚੋਲਨਾ ਗਧਾ ਨਾਚੈ ਭੈਂਸਾ ਭਗਤ ਕਰਾਵੇ। ਜਿਹੜੇ ਪਹਿਲਾਂ ਪਸ਼ੂ ਬਿਰਤੀਆਂ ਵਾਲੇ ਬਣੇ ਸਨ, ਵੇਖੋ ਹੁਣ ਇੱਕ ਜਗ੍ਹਾ ਤੇ ਟਿਕ ਕੇ ਪਰਮਾਤਮਾ ਦੇ ਗੀਤ ਗਾ ਰਹੇ ਨੇ। ਕਿਉਂਕਿ ਸ਼ਬਦ ਵਰਤਿਆ, ਹੈ ਮੇਰੇ ਮੀਤ ਤੂੰ ਘਰ ਆ, ਤੇ ਉਸ ਪਰਮਾਤਮਾ ਦੇ ਗੀਤ ਗਾ। ਜਦੋਂ ਗੀਤ ਗਾਵੇਂਗਾ, ਉਹਦੀ ਸਿਫਤ ਸਲਾਹ ਕਰੇਗਾ, ਤੇ ਸੱਚਮੁੱਚ ਤੈਨੂੰ ਟਿਕਾ ਮਿਲੇਗਾ, ਆਨੰਦ ਦੀ ਅਵਸਥਾ ਪ੍ਰਾਪਤ ਹੋਵੇਗੀ। ਘਰ ਮੰਗਲ ਵਾਜਹਿ ਨਿਤ ਵਾਜੇ, ਆਪਣੇ ਖਸਮ ਨਿਵਾਜੇ। ਜਿਹੜੇ ਜੀਵ ਆਪਣੇ ਪ੍ਰਭੂ ਵੱਲੋਂ ਨਿਵਾਜੇ ਗਏ ਨੇ, ਆਦਰ ਦੇ ਕੇ ਸਤਕਾਰੇ ਗਏ ਨੇ, ਉਹਨਾਂ ਦੇ ਹਿਰਦੇ ਘਰ ਵਿੱਚ ਖੁਸ਼ੀਆਂ, ਮੰਗਲਮਈ ਅਵਸਥਾ ਬਣ ਗਈ। ਨਿਤਾ ਪ੍ਰਤੀ ਉਹਨਾਂ ਦੇ ਹਿਰਦੇ ਘਰ ਵਿੱਚ ਵਾਜੇ ਵੱਜਦੇ ਨੇ, ਉਹਨਾਂ ਦੀ ਅਵਸਥਾ ਸੰਗੀਤਮਈ ਰਾਗਮਈ ਬਣ ਗਈ ਹੈ। ਅੱਜ ਵੀ ਤੁਸੀਂ ਵੇਖੋ, ਜਿਹੜਾ ਬੰਦਾ ਚਿੰਤਤ ਹੋਵੇ ਨਾ, ਤੇ ਕਿਹਾ ਜਾਂਦਾ ਵੀ ਇਹਦਾ ਕੋਈ ਮਨੋਰੰਜਨ ਕਰਾਓ, ਇਹਨੂੰ ਕੋਈ ਸੰਗੀਤ ਸੁਣਾਓ ਕਿ ਇਹ ਆਪਣੀ ਉਸ ਦੁਖੀ ਅਵਸਥਾ ਨੂੰ ਭੁੱਲ ਸਕੇ। ਪਰ ਜਦੋਂ ਬੰਦਾ ਕਿਸੇ ਸੰਗੀਤ ਨਾਲ ਜੁੜਦਾ ਹੈ, ਉਸ ਤੋਂ ਬਾਅਦ ਫਿਰ ਉਹ ਦੁਖੀ ਹੋ ਜਾਂਦਾ ਹੈ। ਸਾਹਿਬ ਕਹਿੰਦੇ ਰੱਬ ਨਾਲ ਜੁੜਨਾ ਇਸ ਤਰ੍ਹਾਂ ਦਾ ਪਰਿਵਰਤਨ ਹੈ ਕਿ ਉਹਨਾਂ ਦੇ ਹਿਰਦੇ ਘਰ ਵਿੱਚ ਸਦਾ ਰਾਗਮਈ, ਸਦਾ ਸੰਗੀਤਮਈ ਅਵਸਥਾ ਬਣੀ ਰਹਿੰਦੀ ਹੈ, ਸਦਾ ਵਾਜੇ ਵੱਜਦੇ ਰਹਿੰਦੇ ਨੇ। ਭਾਵ ਉਹਨਾਂ ਨੂੰ ਦੁਨੀਆ ਦੇ ਵਾਜੇ ਗਾਜਿਆਂ ਦੀ ਲੋੜ ਨਹੀਂ। ਜਿਨ੍ਹਾਂ ਨੇ ਦੁਨੀਆ ਦੇ ਵਾਜੇ ਗਾਜੇ ਜਾਂ ਰੰਗਾਂ ਤਮਾਸ਼ਿਆਂ ਵਿੱਚ ਸੁਰਤ ਜੋੜੀ, ਉਹਨਾਂ ਬਾਰੇ ਕਿਹਾ, ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਿਆ, ਚਿਤ ਨ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੁਹਾਰੀ। ਪਰ ਜਿਹੜੇ ਪਰਮੇਸ਼ਰ ਨਾਲ ਜੁੜ ਗਏ, ਜਿਨ੍ਹਾਂ ਦੇ ਹਿਰਦੇ ਵਿੱਚ ਇੱਕ ਰਸ ਪ੍ਰਭੂ ਦੀ ਸਿਫਤ ਸਲਾਹ ਦੇ ਵਾਜੇ ਵੱਜ ਗਏ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ। ਜਦੋਂ ਅਸੀਂ ਗੁਰੂ ਕੇ ਸ਼ਬਦ ਨਾਲ ਜੁੜਾਂਗੇ, ਸਾਹਿਬ ਕਹਿੰਦੇ ਇਹੀ ਤੇਰੇ ਲਈ ਪੰਜ ਵਾਜੇ ਆ। ਆ ਕਿਸੇ ਦੁਨੀਆਦਾਰਾਂ ਦੇ ਮਿੱਥੇ ਹੋਏ ਪੰਜਾਂ ਵਾਜਿਆਂ ਵੱਲ ਨਾ ਕਿਤੇ ਤੁਰ ਪਵੀਂ, ਭਟਕਣਾ ਪਵੀਂ ਵੀ ਉਹ ਵਾਜੇ ਸ਼ਾਇਦ ਸੁਣਨੇ ਨੇ। ਜਦੋਂ ਤੂੰ ਇਕਾਗਰ ਚਿੱਤ ਹੋ ਕੇ ਸਭ ਕੁਝ ਹੋਰ ਪੂਜਾ ਭੁੱਲ ਕੇ ਇੱਕ ਪਰਮਾਤਮਾ ਦੀ ਪੂਜਾ ਨਾਲ ਜੁੜੇਗਾ, ਸ਼ਬਦ ਨਾਲ ਜੁੜੇਗਾ, ਵਾਜੇ ਪੰਚ ਸ਼ਬਦ, ਗੁਰੂ ਦਾ ਸ਼ਬਦ ਹੀ ਤੇਰੇ ਲਈ ਪੰਜ ਵਾਜੇ ਨੇ। ਇਹੀ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਇਹ ਤੇਰੇ ਲਈ ਰਾਗਮਈ ਅਵਸਥਾ ਹੈ, ਸੰਗੀਤਮਈ ਅਵਸਥਾ ਹੈ। ਇਹੀ ਹੈ ਰੰਗ ਤਮਾਸ਼ਾ ਪੂਰਨ ਆਸਾ। ਸਭ ਤੋਂ ਵੱਡਾ ਤੇਰੇ ਲਈ ਮਨੋਰੰਜਨ ਇਹ ਹੈ, ਪਰਮਾਤਮਾ ਨਾਲ ਜੁੜ। ਦੁਨੀਆ ਦੇ ਰੰਗ ਤਮਾਸ਼ੇ, ਦੁਨੀਆ ਦਾ ਮਨੋਰੰਜਨ ਤੇ ਤੈਨੂੰ ਬੋਰ ਕਰੇਗਾ। ਰੰਗ ਤਮਾਸ਼ਾ ਪੂਰਨ ਆਸਾ ਕਬੈ ਨਾ ਵਿਆਪੈ ਚਿੰਤਾ। ਜੇ ਰੱਬ ਨਾਲ ਜੁੜ ਜਾਏਗਾ ਤੇ ਸਦਾ ਲਈ ਰੰਗ ਮਾਣੇਗਾ, ਸਦਾ ਲਈ ਤੇਰਾ ਮਨੋਰੰਜਨ ਹੁੰਦਾ ਰਹੇਗਾ, ਤੈਨੂੰ ਕਦੇ ਚਿੰਤਾ ਨਹੀਂ ਵਿਆਪੇਗੀ। ਇਸ ਕਰਕੇ ਪੂਤਾ ਮਾਤਾ ਕੀ ਅਸੀਸ, ਗੁਰੂ ਮਾਂ ਜਦੋਂ ਆਪਣੇ ਬੱਚਿਆਂ ਨੂੰ, ਧੀਆਂ ਪੁੱਤਰਾਂ ਨੂੰ ਅਸੀਸ ਦਿੰਦੇ ਨੇ ਤੇ ਉਹ ਇਹੀ ਅਸੀਸ ਦਿੰਦੇ ਨੇ ਕਿ ਤੂੰ ਦੁਨੀਆ ਦੇ ਰੰਗਾਂ ਤਮਾਸ਼ਿਆਂ ਤੋਂ ਬਚ ਕੇ ਰੰਗ ਤਮਾਸ਼ਾ ਪੂਰਨ ਆਸਾ ਕਬੈ ਨਾ ਵਿਆਪੈ ਚਿੰਤਾ, ਇਸ ਅਵਸਥਾ ਦਾ ਧਾਰਨੀ ਬਣ।
ਤੇ ਫਿਰ ਤੇਰੇ ਹਿਰਦੇ ਘਰ ਵਿੱਚ ਸਦਾ ਲਈ ਆਨੰਦਮਈ ਸੰਗੀਤਮਈ ਅਵਸਥਾ ਬਣੀ ਰਹੇਗੀ। ਅਸਥਿਰ ਰਹੋ ਡੋਲਹੁ ਮਤ ਕਬਹੂ, ਗੁਰ ਕੈ ਬਚਨ ਆਧਾਰ। ਜਦੋਂ ਗੁਰੂ ਦੇ ਬਚਨਾਂ ਨੂੰ ਤੂੰ ਆਪਣੀ ਜ਼ਿੰਦਗੀ ਦਾ ਆਧਾਰ ਬੇਸ ਆਸਰਾ ਮੰਨ ਲਵੇਂਗਾ, ਫਿਰ ਸਦਾ ਲਈ ਸਥਿਰ ਹੋਵੇਂਗਾ। ਭਾਵ ਕਦੇ ਫਿਰ ਡੋਲੀ ਨਹੀਂ, ਭਾਵ ਤੇਰੀ ਅਵਸਥਾ ਡਾਵਾਂ ਡੋਲ ਨਹੀਂ ਬਣੇਗੀ। ਤੂੰ ਆਖੇਂਗਾ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। हे ਪ੍ਰਭੂ, ਨਾ ਤੁਸੀਂ ਡੋਲਦੇ ਹੋ ਨਾ ਅਸੀਂ ਡੋਲਾਂਗੇ। ਇਹੀ ਕਾਰਨ ਕਿ ਸਾਨੂੰ ਦੇਵੀ ਦੇਵਤਿਆਂ ਨਾਲ ਨਹੀਂ ਜੋੜਿਆ ਗਿਆ। ਆਪਾਂ ਵੇਖਦੇ ਕਦੇ ਇੰਦਰ ਦਾ ਸਿੰਘਾਸਣ ਡੋਲਦਾ ਹੈ, ਕਦੇ ਵਿਸ਼ਨੂੰ ਨੂੰ ਖਤਰਾ ਹੋ ਜਾਂਦਾ ਹੈ, ਕਦੇ ਸ਼ਿਵ ਜੀ ਕਹਿੰਦਾ ਮੇਰਾ ਸਿੰਘਾਸਣ ਡੋਲ ਗਿਆ। ਸਾਹਿਬ ਕਹਿੰਦੇ ਜਿਨ੍ਹਾਂ ਦਾ ਆਪਣਾ ਡੋਲਦਾ ਤੂੰ ਉਹਨਾਂ ਨਾਲ ਜੁੜ ਕੇ ਕੀ ਲੈਣਾ, ਉਹਦੇ ਨਾਲ ਜੁੜ ਜਿਹੜਾ ਕਦੇ ਨਹੀਂ ਡੋਲਦਾ, ਜਿਹਦਾ ਸਿੰਘਾਸਣ ਸਦਾ ਅਟਲ ਹੈ, ਜਿਹਦੇ ਬਾਰੇ ਕਿਹਾ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਪੂਰਨ ਪੁਰਖ ਨਹੀਂ ਡੋਲਾਨੇ, ਜਿਹੜੇ ਤੇਰੇ ਨਾਲ ਜੁੜ ਗਏ ਫਿਰ ਉਹ ਵੀ ਅਡੋਲ ਹੋ ਜਾਂਦੇ ਹਨ। ਜੈ ਜੈਕਾਰ ਸਗਲ ਭੂ ਮੰਡਲ, ਮੁਖ ਊਜਲ ਦਰਬਾਰ। ਜਦੋਂ ਤੇਰੀ ਜ਼ਿੰਦਗੀ ਵਿੱਚੋਂ ਔਗਣ ਵਿਕਾਰ ਖਤਮ ਹੋ ਜਾਣਗੇ, ਜਿੱਥੇ ਇਸ ਸ੍ਰਿਸ਼ਟੀ ਵਿੱਚ ਤੇਰੀ ਜੈ ਜੈਕਾਰ ਹੋਵੇਗੀ, ਮੁਖ ਉਜਲ ਦਰਬਾਰ, ਪ੍ਰਭੂ ਦੇ ਦਰਬਾਰ, ਪ੍ਰਭੂ ਦੀ ਹਜ਼ੂਰੀ ਵਿੱਚ ਵੀ ਤੇਰਾ ਮੁਖ ਸੁਰਖਰੂ ਭਾਵ ਉਜਲਾ ਹੋਵੇਗਾ। ਜਿਨ ਕੇ ਜੀਉ ਤਿਨਹਿ ਫੇਰੇ, ਆਪੇ ਭਇਆ ਸਹਾਈ। ਭਾਈ ਜਿਸ ਪਰਮਾਤਮਾ ਦੇ ਇਹ ਜੀਵ ਨੇ, ਉਹਨੇ ਹੀ ਵਿਕਾਰਾਂ ਵੱਲੋਂ ਫੇਰ ਕੇ ਮੋੜ ਕੇ ਜੀਵਾਂ ਨੂੰ ਆਪਣੇ ਵੱਲ ਲਿਆਂਦਾ ਤੇ ਆਪੇ ਭਇਆ ਸਹਾਈ। ਉਹ ਆਪ ਉਹਨਾਂ ਦਾ ਮਦਦਗਾਰ ਬਣਿਆ, ਆਪ ਉਹਨਾਂ ਦੀ ਸਹਾਇਤਾ ਲਈ ਅੱਗੇ ਆਇਆ ਤੇ ਉਹਨਾਂ ਜੀਵਾਂ ਨੂੰ ਉਸ ਪਾਸੇ ਤੋਂ ਮੋੜ ਕੇ ਫੇਰ ਕੇ ਭਾਵ ਆਪਣੇ ਸਿਮਰਨ ਵੱਲ, ਆਪਣੀ ਬੰਦਗੀ ਵੱਲ ਜੋੜ ਲਿਆ। ਅਚਰਜ ਕੀਆ ਕਰਣ ਹਾਰੈ, ਨਾਨਕ ਸੱਚ ਵਡਿਆਈ। ਸਭ ਕਹਿੰਦੇ ਸਭ ਤੋਂ ਵੱਡੀ ਹੈਰਾਨੀ ਕੁਨ ਅਚਰਜਮਈ ਇਹੀ ਗੱਲ ਹੈ ਕਿ ਉਸ ਕਰਨਹਾਰ ਪ੍ਰਭੂ ਨੇ ਇਹ ਮੇਰੀ ਜ਼ਿੰਦਗੀ ਦੇ ਵਿੱਚ ਕੌਤਕ ਵਰਤਾ ਦਿੱਤਾ ਕਿ ਮੈਨੂੰ ਵਿਕਾਰਾਂ ਤੋਂ ਸਕਾਰਾਤਮਕ ਅਵਸਥਾ ਦੇ ਵਿੱਚ ਤਬਦੀਲ ਕਰ ਦਿੱਤਾ, ਦੁਨੀਆ ਦੀ ਭਟਕਣਾ ਵੱਲੋਂ ਮੋੜ ਕੇ ਆਪਣੇ ਨਾਲ ਜੋੜ ਲਿਆ। ਤੇ ਇਹੀ ਹੁਣ ਸੱਚੇ ਨਾਮ ਦੀ ਜਿਹੜੀ ਸਦਾ ਥਿਰ ਰਹਿਣ ਵਾਲੀ ਵਡਿਆਈ ਹੈ ਉਹੀ ਮੈਨੂੰ ਪ੍ਰਾਪਤ ਹੋਈ ਹੈ, ਕਿਉਂਕਿ ਉਹ ਕਰਨਹਾਰ ਪ੍ਰਭੂ ਜਿਹੜਾ ਹੈ ਉਹਦੇ ਨਾਲ ਜੁੜਨਾ ਹੀ ਅਸਲ ਵਿੱਚ ਸ਼ੋਭਾ ਹੈ, ਅਸਲ ਵਡਿਆਈ ਹੈ। ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ, ਆਓ ਜੋ ਲੜੀਵਾਰ ਗੁਰਬਾਣੀ ਕਥਾ ਚੱਲ ਰਹੀ ਹੈ, ਬਿਲਾਵਲ ਰਾਗ ਦੇ ਵਿੱਚ ਜੋ ਥਿੱਤੀ ਸਰਲੇਖ ਹੈ, ਕਿਉਂਕਿ 15 ਥਿੱਤਾਂ ਨੇ ਤੇ ਜੱਤ ਦਾ ਸੰਬੰਧ ਵਿਦਵਾਨਾਂ ਨੇ ਜੋੜੀ ਨਾਲ ਵੀ ਲਿਖਿਆ ਵੀ ਇੱਕ ਸੁਰ ਤਾਲ ਨਾਲ ਇਹਦਾ ਸੰਬੰਧ ਹੈ। ਤੇ ਜੱਤ ਸਮੂਹ ਨੂੰ ਵੀ ਕਿਹਾ ਜਾਂਦਾ, ਜਿਵੇਂ 15 ਥਿੱਤਾਂ ਦਾ ਜਿਹੜਾ ਸਮੂਹ ਹੈ ਉਹਦੇ ਲਈ ਵੀ ਜੱਤ ਸ਼ਬਦ ਵਰਤਿਆ। ਸਤਿਗੁਰਾਂ ਸਿੱਖਿਆ ਦਿੱਤੀ ਹੈ ਕਿ ਤੇਰੇ ਲਈ ਹਰ ਦਿਨ, ਹਰ ਪਲ, ਹਰ ਘੜੀ ਕਿਵੇਂ ਸਫਲਾ ਹੈ, ਕਿਉਂਕਿ ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੈ ਚਿੱਤ, ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਤੇ ਜਦੋਂ ਤੂੰ ਰੱਬ ਨਾਲ ਜੁੜੇਂਗਾ ਤੇਰਾ ਜਪ ਵੀ ਸਫਲਾ, ਤਪ ਵੀ ਸਫਲਾ, ਪੂਜਾ ਵੀ ਸਫਲੀ। ਤੇ ਜੇ ਤੂੰ ਰੱਬ ਨਾਲ ਹੀ ਨਹੀਂ ਜੁੜਿਆ, ਹੋਰ ਜਪ ਤਪ ਕਰ ਰਿਹਾ ਤੇ ਫਿਰ ਕਿਆ ਜਪ ਜਾਪੋਂ ਬਿਨ ਜਗਦੀਸੈ। ਉਸ ਸੱਚੇ ਰੱਬ ਨਾਲ ਜੁੜਨ ਤੋਂ ਬਿਨਾ हे ਭਾਈ ਮੈਂ ਹੋਰ ਕਿਹੜਾ ਜਪ ਜਪਾਂ, ਕਿਉਂਕਿ ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾਂ ਕੈ ਹਿਰਦੈ ਭਾਉ ਹੈ ਦੂਜਾ। ਗੁਰ ਕੈ ਸ਼ਬਦ ਮਹਿਲ ਘਰ ਦੀਸੈ, ਗੁਰੂ ਦੇ ਸ਼ਬਦ ਨਾਲ ਜੁੜ ਕੇ ਹੀ ਤੈਨੂੰ ਆਪਣਾ ਨਿਜ ਘਰ ਵਿੱਚ ਮਹਿਲ ਟਿਕਾਣਾ ਪ੍ਰਾਪਤ ਹੋਵੇਗਾ ਉਸ ਪ੍ਰਭੂ ਦਾ। ਜਿਵੇਂ ਇਸ ਪਾਵਨ ਬਾਣੀ ਦਾ ਇਹ ਰਹਾਉ ਵਾਲਾ ਬੰਦ ਹੈ ਤੇ ਸਤਿਗੁਰੂ ਜੀ ਅੱਜ 7ਵੀਂ ਥਿੱਤ ਦੇ ਰਾਹੀਂ ਸਾਨੂੰ ਸਿੱਖਿਆ ਦੇ ਰਹੇ ਨੇ ਵੀ ਤੂੰ ਥਿੱਤਾਂ ਵਾਰਾਂ ਨਾਲ ਨਹੀਂ ਜੁੜਨਾ, ਉਸ ਪ੍ਰਭੂ ਨਾਲ ਜੁੜ, ਫਿਰ ਹਰ ਦਿਨ ਹਰ ਪਲ ਤੇਰਾ ਜਿਹੜਾ ਹੈ ਉਹ ਸਫਲਾ ਹੋਵੇਗਾ। ਸਪਤਮੀ ਸਤ ਸੰਤੋਖ ਸਰੀਰ, ਸਪਤਮੀ ਜਿਹੜੀ ਥਿੱਤ ਹੈ ਉਹਦੇ ਰਾਹੀਂ ਸਤਿਗੁਰੂ ਸਿੱਖਿਆ ਦੇ ਰਹੇ ਨੇ ਕਿ ਤੂੰ ਆਪਣੇ ਇਸ ਸਰੀਰ ਦੇ ਵਿੱਚ ਸਤ ਤੇ ਸੰਤੋਖ ਧਾਰਨ ਕਰ। ਸਤ ਦਾ ਮਤਲਬ
ਸੱਚ ਵੀ ਹੈ, ਸਤ ਗਿਣਤੀਵਾਚਕ ਵੀ ਹੈ, ਪਰ ਇੱਥੇ ਸਤ ਦਾ ਅਰਥ ਹੈ ਜਿਹੜੇ ਦਾਨੀ ਨੇ। ਭਾਵ ਜਦੋਂ ਤੇਰੇ ਅੰਦਰ ਦੂਜਿਆਂ ਨੂੰ ਕੁਝ ਦੇਣ ਦੀ ਬਿਰਤੀ ਬਣੇਗੀ, ਤੇਰੇ ਜੀਵਨ ਵਿੱਚ ਸੰਤੋਖ ਆਵੇਗਾ, ਤੂੰ ਤ੍ਰਿਸ਼ਨਾ ਵੱਲੋਂ ਆਪਣੇ ਆਪ ਨੂੰ ਤ੍ਰਿਪਤ ਕਰ ਲਵੇਂਗਾ, ਤੇ ਸਮਝ ਲੈਣਾ ਤੇਰੀ ਇਹ ਥਿਤ, ਤੇਰਾ ਇਹ ਦਿਨ ਵੀ ਜਿਹੜਾ ਹੈ ਉਹ ਸਫਲਾ ਹੋ ਗਿਆ। ਸਾਤ ਸਮੁੰਦ ਪਰੇ ਨਿਰਮਲ ਨੀਰ। ਤੇਰੀ ਜ਼ਿੰਦਗੀ ਦੇ ਵਿੱਚ ਜਿਹੜੇ 5 ਗਿਆਨ ਇੰਦਰੀ ਨੇ ਤੇ ਮਨ ਬੁੱਧ, ਇਹ ਜਿਹੜੇ 7 ਨੇ ਨਾ, ਇਹ ਜਦੋਂ ਪਰਮਾਤਮਾ ਦੇ ਪਵਿੱਤਰ ਨਾਮ ਰੂਪੀ ਜਲ ਦੇ ਨਾਲ ਜੁੜਨਗੇ ਤੇ ਸੱਚੀ ਮੁੱਚੀ ਇਹ ਫਿਰ ਵਿਕਾਰਾਂ ਨਾਲ ਨਹੀਂ ਭਰਨਗੇ, ਇਹ ਪ੍ਰਭੂ ਦੇ ਅੰਮ੍ਰਿਤ ਰੂਪੀ ਨਾਮ ਰੂਪੀ ਨਿਰਮਲ ਜਲ ਨਾਲ ਭਰ ਜਾਣਗੇ। ਭਾਵ ਤੇਰਾ ਹਿਰਦਾ ਰੂਪੀ ਜਿਹੜਾ ਖਾਲੀ ਸਰੋਵਰ ਹੈ ਉਹ ਨਾਮ ਜਲ ਦੇ ਨਾਲ ਸਰਸ਼ਾਰ ਹੋ ਜਾਵੇਗਾ। ਮੱਜਨ ਸੀਲ ਸਚ ਹਿਰਦੈ ਵਿਚਾਰ। ਜਿੱਥੇ ਤੂੰ ਸਰੀਰ ਦਾ ਇਸ਼ਨਾਨ ਜਲ ਨਾਲ ਕਰਦਾ ਉੱਥੇ ਮੱਜਨ ਸੀਲ, ਸੀਲ ਦਾ ਅਰਥ ਹੁੰਦਾ ਹੈ ਜਤ, ਉੱਚਾ ਆਚਰਣ। ਤੂੰ ਉੱਚੇ ਆਚਰਣ ਦਾ ਆਤਮਿਕ ਇਸ਼ਨਾਨ ਕਰ ਤੇ ਸੱਚੇ ਪਰਮਾਤਮਾ ਦੀ ਵਿਚਾਰਧਾਰਾ ਨੂੰ ਹਿਰਦੇ ਵਿੱਚ ਟਿਕਾ, ਕਿਸੇ ਹੋਰ ਦੀ ਵਡਿਆਈ, ਕਿਸੇ ਹੋਰ ਦੀ ਉਸਤਤ ਨਹੀਂ। ਉਸਤਤ ਮਨ ਮੈਂ ਕਰ ਨਿਰੰਕਾਰ। ਤੂੰ ਆਪਣੇ ਹਿਰਦੇ ਘਰ ਵਿੱਚ ਸੱਚ ਨੂੰ ਵਸਾ, ਉਹਨੂੰ ਟਿਕਾ, ਉਹਦੀ ਵਿਚਾਰ ਕਰ, ਪਰਮਾਤਮਾ ਨੂੰ ਸਿਮਰਨਾ ਕਰ। ਗੁਰ ਕੈ ਸ਼ਬਦ ਪਾਵੈ ਸਭ ਪਾਰ। ਗੁਰੂ ਦੇ ਸ਼ਬਦ ਵਿੱਚ ਜੁੜ ਕੇ ਤੂੰ ਆਪ ਵੀ ਤੇ ਆਪਣੀ ਸਾਰੀ ਪ੍ਰਜਾ ਨੂੰ, ਸਭ ਪਰਿਵਾਰ ਨੂੰ ਗਿਆਨ ਇੰਦਰੀ ਰੂਪੀ, ਕਰਮ ਇੰਦਰੀ ਰੂਪੀ ਜਿਹੜਾ ਪਰਿਵਾਰ ਹੈ ਨਾ, ਇਹਨੂੰ ਪਾਰ ਲੰਘਾ ਲਵੇਂਗਾ। ਜਿਵੇਂ ਅਸੀਂ ਪੜ੍ਹਦੇ ਹਾਂ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ, ਉੱਥੇ ਇਸ ਸਰੀਰ ਰੂਪੀ ਮਾਨੋ ਸਮੁੱਚੀ ਪ੍ਰਜਾ ਦੀ, ਸਮੁੱਚੀ ਇਸ ਪਰਿਵਾਰ ਮੰਡਲ ਦੀ ਗੱਲ ਕੀਤੀ ਗਈ ਕਿ ਗਿਆਨ ਇੰਦਰੀ, ਕਰਮ ਇੰਦਰੀ, ਤੇਰਾ ਸਮੁੱਚਾ ਇਹ ਪਰਿਵਾਰ ਭਾਵ ਪਾਰ ਹੋ ਜਾਵੇਗਾ। ਕੋਈ ਤੇਰੇ ਤੋਂ ਆਕੀ ਨਹੀਂ ਰਵੇਗਾ, ਸਭ ਤੇਰੇ ਅਨੁਸਾਰੀ ਹੋ ਜਾਣਗੇ। ਮਨ ਸਾਚਾ ਮੁਖ ਸਾਚੋ ਪਾਏ। ਜਿਨ੍ਹਾਂ ਦੇ ਮਨ ਵਿੱਚ ਵੀ ਸੱਚਾ ਪ੍ਰਭੂ ਹੈ ਤੇ ਜਿਨ੍ਹਾਂ ਦੇ ਮੁਖ ਵਿੱਚ ਵੀ ਸੱਚੇ ਪ੍ਰਭੂ ਦਾ ਹੀ ਪ੍ਰੇਮ ਹੈ। ਇਹ ਨਹੀਂ ਵੀ ਮੁਖ ਤੋਂ ਆਪਾਂ ਵਾਹਿਗੁਰੂ ਵਾਹਿਗੁਰੂ ਕਰਦੇ ਹੋਈਏ ਤੇ ਮਨ ਵਿੱਚ ਵਿਚਾਰ ਚੱਲਦੀ ਹੋਏ ਵੀ ਫਲਾਣੇ ਜਠੇਰੇ ਨਾ ਮੱਥਾ ਟੇਕਾਈਏ। ਮੂੰਹ ਤੋਂ ਆਪਾਂ ਕਹੀਏ ਕਿ ਉਸ ਵਾਹਿਗੁਰੂ ਦਾ ਨਾਮ ਜਪਣਾ ਹੈ ਤੇ ਮਨ ਵਿੱਚ ਵਿਚਾਰ ਚੱਲਦੀ ਹੋਵੇ ਵੀ ਕਿਤੇ ਕੋਈ ਧਾਗਾ ਦੇਣ ਵਾਲਾ ਬੈਠਾ ਹੈ, ਉੱਥੇ ਨਾ ਚੌਂਕੀ ਭਰ ਆਈਏ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜਿਨ੍ਹਾਂ ਦੇ ਮੁਖ ਵਿੱਚ ਪਰਮਾਤਮਾ ਦਾ ਨਾਮ ਹੈ ਤੇ ਮਨ ਵਿੱਚ ਅਲਪ ਸ਼ਕਤੀਆਂ ਦੀ ਵਿਚਾਰ ਚੱਲ ਰਹੀ ਹੈ, ਉਹ ਕੱਚੇ ਨੇ। ਜਿਨ੍ਹਾਂ ਦੇ ਮਨ ਵਿੱਚ ਵੀ ਸੱਚਾ ਪ੍ਰਭੂ ਹੈ ਤੇ ਮੁਖ ਵਿੱਚ ਵੀ ਸੱਚਾ ਪ੍ਰਭੂ ਹੈ, ਉਹਨਾਂ ਨੂੰ ਫਿਰ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਿਆ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਸਭ ਕਹਿੰਦੇ ਉਹਨਾਂ ਦੇ ਮਨ ਸਾਚਾ, ਮਨ ਵਿੱਚ ਵੀ ਸੱਚਾ ਪ੍ਰਭੂ, ਉਹਨਾਂ ਦੇ ਮਨ ਅੰਦਰ ਵੀ ਝਾਤ ਮਾਰ ਕੇ ਵੇਖਿਓ, ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੀ ਵਿਚਾਰ ਨਹੀਂ। ਜਦੋਂ ਭਗਤ ਨਾਮਦੇਵ ਜੀ ਨੂੰ ਪੁੱਛਿਆ ਵੀ ਇੱਕ ਪਾਸੇ ਸਾਰੇ ਪੀਰ ਪਗੰਬਰ ਦੇਵੀ ਦੇਵਤੇ ਅਲਪ ਸ਼ਕਤੀਆਂ ਹੋਣ, ਇੱਕ ਪਾਸੇ ਰੱਬ ਹੋਵੇ ਤੇ ਤੁਹਾਨੂੰ ਚੋਣ ਕਰਨ ਲਈ ਕਿਹਾ ਜਾਵੇ ਤੇ ਕਿਹੜੀ ਚੋਣ ਕਰੋਗੇ? ਤਾਂ ਉਹਨਾਂ ਨੇ ਕਿਹਾ, ਹਉ ਤੋਂ ਏਕ ਰਮਈਆ ਲੈ ਹਉ, ਆਨ ਦੇਵ ਬਦਲਾਵਨ ਦੈ ਹਉ। ਮੈਂ ਤੇ ਇੱਕ ਰੱਬ ਨੂੰ ਚੁਣਾਂਗਾ, ਬਾਕੀ ਸਾਰੀਆਂ ਸ਼ਕਤੀਆਂ ਇਹਦੇ ਬਦਲੇ ਛੱਡ ਦੇਵਾਂਗਾ, ਕਿਉਂਕਿ ਸਾਰੀਆਂ ਸ਼ਕਤੀਆਂ ਮਿਲ ਕੇ ਵੀ ਇੱਕ ਰੱਬ ਨਹੀਂ ਜੇ ਬਣਦਾ। ਚਾਲੇ ਤੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ, ਜਾਣਾ ਰੱਬ ਤੱਕ ਸੀ, ਕੋਈ ਕਿਤੇ ਅਟਕ ਗਿਆ, ਕੋਈ ਕਿਤੇ ਅਟਕ ਗਿਆ। ਹੁਣ ਜਿਹਦੇ ਮਨ ਵਿੱਚ ਵੀ ਸੱਚੇ ਪ੍ਰਭੂ ਦਾ ਨਾਮ ਹੈ ਤੇ ਮੁਖ ਵਿੱਚ ਵੀ, ਜਿਹੜਾ ਅੰਦਰੋਂ ਬਾਹਰੋਂ ਪ੍ਰਭੂ ਨਾਲ ਜੁੜ ਗਿਆ, ਪਰ ਜਿਹਦੇ ਮੁਖ ਵਿੱਚ ਪ੍ਰਭੂ ਦਾ ਨਾਮ ਹੈ ਤੇ ਮਨ ਅੰਦਰ ਕੁਝ ਹੋਰ ਚੱਲ ਰਿਹਾ ਵੀ ਸ਼ਾਇਦ ਕਿਤੇ ਫਲਾਣੀ ਜਗ੍ਹਾ ਤੇ ਕੋਈ ਸ਼ਕਤੀ ਨਾ ਹੋਵੇ, ਸਾਹਿਬ ਕਹਿੰਦੇ ਫਿਰ ਗੱਲ ਨਹੀਂ ਬਣਨੀ। ਮਨ ਸਾਚਾ ਮੁਖ ਸਾਚੋ ਭਾਏ। ਜਿਨ੍ਹਾਂ ਨੇ ਆਪਣੇ ਮੁਖ ਵਿੱਚ ਵੀ ਸੱਚੇ ਪ੍ਰਭੂ ਦੇ ਪ੍ਰੇਮ ਸਹਿਤ ਗੁਣ ਗਾਏ ਨੇ, ਜਿਨ੍ਹਾਂ ਨੇ ਮਨ ਵਿੱਚ ਵੀ ਸੱਚੇ ਪ੍ਰਭੂ ਦੇ ਨਾਮ ਨੂੰ ਵਸਾਇਆ ਹੋਇਆ। ਸੱਚ ਨਿਸ਼ਾਨ ਠਾਕ ਨਾ ਪਾਏ। ਉਹਨਾਂ ਨੂੰ ਫਿਰ ਸੱਚੇ ਨਾਮ ਦਾ ਨਿਸ਼ਾਨ, ਸੱਚੇ ਨਾਮ ਦੀ ਰਾਹਦਾਰੀ ਮਿਲ ਜਾਂਦੀ ਹੈ। ਜਿਨ੍ਹਾਂ ਜਪ ਜਪਿਆ, ਇਹੀ ਕਾਰਨ ਕਿ ਜਪ ਬਾਣੀ ਜਿਹੜੀ ਜਪਜੀ ਸਾਹਿਬ ਹੈ ਨਾ, ਉਹਦੀ ਸੰਪੂਰਨਤਾ ਤੇ ਜਾ ਕੇ ਸਤਿਗੁਰੂ ਨੇ ਸਾਨੂੰ ਇਹੀ ਨਿਸ਼ਾਨ ਦਿੱਤਾ ਹੈ ਕਿ ਜਿਹੜਾ ਜਪ, ਜਿਹੜਾ ਸਿਮਰਨ ਕਰੇਗਾ,
ਨਦਰੀ ਕਰਮ ਪਵੈ ਨਿਸ਼ਾਨ। ਇਹ ਰਾਹਦਾਰੀ, ਇਹ ਨਿਸ਼ਾਨ ਉਹਨੂੰ ਮਿਲੇਗਾ। ਤੇ ਜਿਹਦੇ ਕੋਲ ਇਹ ਨਿਸ਼ਾਨ ਹੈ, ਇਹ ਰਾਹਦਾਰੀ ਹੈ, ਸਾਹਿਬ ਕਹਿੰਦੇ ਸੱਚ ਨਿਸ਼ਾਨੈ ਠਾਕ ਨਾ ਪਾਏ, ਉਹਦੇ ਮਾਰਗ ਵਿੱਚ ਕੋਈ ਰੁਕਾਵਟ ਨਹੀਂ ਬਣੇਗੀ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਉਹਨਾਂ ਨੂੰ ਕੋਈ ਰੋਕ ਟੋਕ ਨਹੀਂ, ਕਿਉਂਕਿ ਉਹਨਾਂ ਕੋਲ ਸੱਚੇ ਨਾਮ ਦਾ ਨਿਸ਼ਾਨ ਹੈ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗਿਆ ਤਿੱਥੇ ਹੋਏ ਸੱਚਾ ਨਿਸ਼ਾਨ। ਉਹਨਾਂ ਦੇ ਕੋਲ ਇਹ ਸੱਚੀ ਰਾਹਦਾਰੀ ਹੈ। ਇਸ ਕਰਕੇ ਸਭ ਕਹਿੰਦੇ ਉਹ ਕੋਈ ਥਿੱਤਾਂ ਵਾਰਾਂ ਦੇ ਚੱਕਰ ਵਿੱਚ ਨਹੀਂ ਪੈਂਦੇ, ਕਿਉਂਕਿ ਥਿੱਤੀ ਵਾਰ ਸੇਵੈ ਮੁਗਦ ਗਵਾਰ। ਉਹ ਮੂਰਖ ਗਿਆਨੀ ਨੇ ਜਿਹੜੇ ਥਿੱਤਾਂ ਵਾਰਾਂ ਦੀ ਪੂਜਾ ਕਰਦੇ ਨੇ। ਸਗੋਂ ਹਰ ਥਿੱਤ, ਹਰ ਵਾਰ, ਹਰ ਪਲ, ਹਰ ਘੜੀ ਤਾਂ ਸਫਲੀ ਹੈ ਜੇ ਸੱਚੇ ਪਰਮੇਸ਼ਰ ਨਾਲ ਸਾਡਾ ਪਿਆਰ ਜਿਹੜਾ ਹੈ ਉਹ ਜੁੜ ਜਾਵੇ। ਸਾਹਿਬ ਕਹਿੰਦੇ ਜਦੋਂ ਜਨਮ ਦੇ ਕੇ ਭੇਜਿਆ ਉਦੋਂ ਤੈਨੂੰ ਥਿੱਤ ਨਹੀਂ ਪੁੱਛੀ, ਮਹੂਰਤ ਨਹੀਂ ਕੱਢਿਆ, ਕੋਈ ਲਗਨ ਨਹੀਂ ਵਿਚਾਰਿਆ। ਮਰਨ ਲੱਗਿਆ ਤੈਨੂੰ ਨਹੀਂ ਪੁੱਛਿਆ ਜਾਣਾ ਵੀ ਕਿਹੜਾ ਦਿਨ, ਕਿਹੜਾ ਪਲ, ਕਿਹੜਾ ਮਹੂਰਤ। ਤੇ ਐਵੇਂ ਜਨਮ ਤੋਂ ਲੈ ਕੇ ਮੌਤ ਤੱਕ ਥਿੱਤਾਂ ਵਾਰਾਂ ਦੇ ਚੱਕਰ ਵਿੱਚ ਪਿਆ, ਮਹੂਰਤ ਕਢਾਉਂਦਾ ਫਿਰਦਾ। ਮਰਨ ਨਾ ਮਹੂਰਤ ਪੁੱਛਿਆ, ਪੁੱਛੀ ਥਿੱਤ ਨਾ ਵਾਰ। ਕਦੇ ਰੱਬ ਨੇ ਪੁੱਛਿਆ ਵੀ ਤੂੰ ਮੰਗਲਵਾਰ ਜਨਮ ਲੈਣਾ ਹੈ ਕਿ ਬੁੱਧਵਾਰ ਜਨਮ ਲੈਣਾ? ਕਦੇ ਪ੍ਰਮਾਤਮਾ ਨੇ ਮੌਤ ਦੇਣ ਲੱਗਿਆ ਪੁੱਛਿਆ ਵੀ ਉਦੋਂ ਕਿਹੜਾ ਮਹੂਰਤ ਹੋਵੇ, ਜਾ ਕੇ ਮਹੂਰਤ ਕਢਾ ਕੇ ਆ ਵੀ ਕਦੋਂ ਮਰਨਾ ਤੂੰ। ਜਦੋਂ ਜਨਮ ਵੇਲੇ ਮਹੂਰਤ ਨਹੀਂ, ਮਰਨ ਵੇਲੇ ਮਹੂਰਤ ਨਹੀਂ, ਤੇ ਜਨਮ ਤੋਂ ਲੈ ਕੇ ਮਰਨ ਤੱਕ ਮਹੂਰਤ ਦੀ ਕੀ ਲੋੜ ਹੈ? ਉਦੋਂ ਚੰਗੇ ਮਾੜੇ ਦਿਨਾਂ ਦੀ ਵਿਚਾਰ ਵਿੱਚ ਕਿਉਂ ਪੈਣਾ? ਕਿਉਂਕਿ ਪਰਮਾਤਮਾ ਨਾਲ ਜੁੜ ਤੇ ਸੱਚਮੁੱਚ ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੈ ਚਿੱਤ, ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਭਲੇਰੀ, ਰੁੱਤ ਧਨ ਸੋ ਘੜੀ। ਉਹ ਘੜੀ ਵੀ ਸਫਲੀ ਹੈ, ਉਹ ਮਹੂਰਤ ਪਲ ਸਾਚਾ, ਉਹ ਸਭ ਕੁਝ ਸੱਚਾ ਹੈ ਜਦੋਂ ਸੱਚੇ ਨਾਲ ਸਾਡਾ ਪਿਆਰ ਜੁੜ ਜਾਂਦਾ ਹੈ। ਸਾਹਿਬ ਕਹਿੰਦੇ ਜਦੋਂ ਉਹ ਸੱਚਾ ਸਾਡੀ ਜ਼ਿੰਦਗੀ ਵਿੱਚੋਂ ਵਿਸਰ ਜਾਂਦਾ ਨਾ, ਤੇ ਫਿਰ ਸੱਚਮੁੱਚ ਸਾਰੇ ਮਹੂਰਤ, ਘੜੀਆਂ, ਪਲ ਜਿਹੜੇ ਨੇ ਨਿਫਲ ਚਲੇ ਜਾਂਦੇ ਨੇ। ਸਤਿਗੁਰੂ ਕਿਰਪਾ ਕਰਨ। ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ, ਉੱਥੇ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਜੋ ਆਪ ਨਿਤਾ ਪ੍ਰਤੀ ਸਰਵਣ ਕਰ ਰਹੇ ਹੋ, ਉਹ ਵੀ ਸਰਵਣ ਕੀਤੀ ਹੈ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਸ਼ਬਦ ਦੀਆਂ ਜੋ ਸੰਪੂਰਨਤਾ ਵਾਲੀਆਂ ਪਾਵਨ ਤੁਕਾਂ ਹਨ, ਉਹਨਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ। ਮਨ ਸਾਚਾ ਮੁਖ ਸਾਚੋ ਪਾਏ, ਸਚ ਨਿਸਾਣੈ ਠਾਕ ਨਾ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।